ਸਤਿਗੁਰੂ ਪਾਤਸ਼ਾਹ ਜੀ ਦੇ ਪਰਮ ਪਵਿੱਤਰ ਚਰਨ ਕਮਲਾਂ ਨਾਲ ਜੁੜ ਬੈਠੇ ਸਤਸੰਗੀ ਜਨੋ, ਆਓ ਸਤਿਗੁਰੂ ਜੀ ਨੂੰ ਧੰਨ ਕਹੀਏ। ਉਸ ਤੋਂ ਬਾਅਦ ਕੁਝ ਕੁ ਅਰਜ਼ਾਂ ਆਪ ਜੀ ਦੇ ਚਰਨਾਂ ਵਿੱਚ ਕਰਨ ਦਾ ਯਤਨ ਕਰਾਂਗਾ। ਕੋਈ ਰਸਨਾ ਵਾਂਝੀ ਨਾ ਰਹੇ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ। ਫਿਰ ਰਸਨਾ ਨੂੰ ਪਵਿੱਤਰ ਕਰੋ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ। ਹਾਜ਼ਰਾ ਹਜ਼ੂਰ ਪਾਤਸ਼ਾਹ ਨੂੰ ਯਾਦ ਕਰੋ, ਜਿਨ੍ਹਾਂ ਦੀ ਬਖਸ਼ਿਸ਼ ਕਿਰਪਾ ਦੇ ਨਾਲ, ਜਿਨ੍ਹਾਂ ਦੇ ਰਹਿਮੋ ਕਰਮ ਦੇ ਨਾਲ ਆਪਾਂ ਸਾਰੇ ਸੁੱਖ ਲੈ ਰਹੇ ਹਾਂ। ਅਜਿਹਾ ਕਲਯੁਗ ਦਾ ਦੁਖਦਾਈ ਸਮਾਂ, ਜਿਸ ਦੇ ਵਿੱਚ ਕਿਤੇ ਵੀ ਕਿਸੇ ਨੂੰ ਸੁੱਖ ਨਹੀਂ, ਚੈਨ ਨਹੀਂ, ਪਰ ਗੁਰਮੁਖੋ ਸਾਰੇ ਨਾਮ ਦੇ ਨਾਲ, ਗੁਰੂ ਨਾਲ ਜੁੜੇ ਹੋਣ ਕਰਕੇ ਸਾਡੇ ਉੱਪਰ ਕਿਰਪਾ ਹੈ। ਜਿਸ ਦੀ ਕਿਰਪਾ ਹੈ ਉਹਨੂੰ ਯਾਦ ਕਰੋ, ਸਾਰੇ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ। ਸਾਧ ਸੰਗਤ ਜੀਓ, ਜਦੋਂ ਗੁਰਬਾਣੀ ਨੂੰ ਪੜ੍ਹਾਂਗੇ ਉੱਥੋਂ ਵਾਰ-ਵਾਰ ਸੁਨੇਹਾ ਮਿਲਦਾ ਹੈ, ਮੈਸੇਜ ਮਿਲਦਾ ਹੈ। ਉੱਥੋਂ ਪਤਾ ਲੱਗਦਾ ਹੈ ਕਿ ਤੂੰ ਇਸ ਦੁਨੀਆ ਉੱਤੇ ਕਿਉਂ ਹੈ, ਕੀ ਕਾਰਨ ਹੈ ਤੂੰ ਇੱਥੇ ਆਇਆ। ਔਰ ਯਾਦ ਰੱਖਣਾ, ਮਨੁੱਖਾ ਜਨਮ ਦਾ ਸਭ ਤੋਂ ਵੱਡਾ ਜੋ ਏਮ ਹੈ, ਸਭ ਤੋਂ ਵੱਡਾ ਉਦੇਸ਼ ਇਹੀ ਹੈ ਕਿ ਤੂੰ ਕੌਣ ਹੈ। ਜਦੋਂ ਕਿਸੇ ਕੋਲੋਂ ਪੁੱਛਿਆ ਜਾਂਦਾ ਹੂ ਆਰ ਯੂ, ਤੂੰ ਕੌਣ ਹੈ, ਉਹ ਆਪਣਾ ਨਾਮ ਲਏਗਾ। ਜੋ ਵੀ ਉਸ ਦਾ ਨਾਮ ਰੱਖਿਆ ਗਿਆ ਉਹ ਆਪਣਾ ਨਾਮ ਲੈਂਦਾ, ਜੀ ਮੈਂ ਆਪਣਾ ਨਾਮ ਲੈ ਕੇ ਉਹ ਆਪਣੀ ਪਹਿਚਾਣ ਦੱਸਦਾ ਹੈ। ਪਰ ਸਤਿਗੁਰੂ ਕਹਿੰਦੇ ਨੇ ਨਹੀਂ, ਇਹ ਤੇਰੀ ਪਹਿਚਾਣ ਨਹੀਂ, ਇਹ ਤਾਂ ਸਰੀਰ ਦੀ ਪਹਿਚਾਣ ਹੈ। ਜਿਸ ਦਿਨ ਇਹ ਸਰੀਰ ਮਿੱਟੀ ਬਣ ਗਿਆ, ਜਿਸ ਦਿਨ ਜੋ ਤੇਰੇ ਅੰਦਰ ਬਰੀਥਿੰਗ, ਜੋ ਹਾਰਟ ਬੀਟ ਚੱਲਦੀ ਹੈ, ਜਿਸ ਦਿਨ ਉਹ ਖਤਮ ਹੋ ਗਈ, ਸਟਾਪ ਹੋ ਗਈ, ਤੇਰੇ ਸਰੀਰ ਨੂੰ ਸਾੜ ਕੇ ਸਵਾਹ ਕਰ ਦਿੱਤਾ ਜਾਏਗਾ। ਫਿਰ ਪਿੱਛੇ ਕੌਣ ਬਚੇਗਾ? ਉਸ ਵਕਤ ਜਦੋਂ ਇਹ ਗੱਲ ਹੋਈ ਤੇ ਸਾਧ ਸੰਗਤ ਜੀ, ਅਸਲੀਅਤ ਇਹ ਹੈ, ਕਿਸੇ ਨੂੰ ਨਹੀਂ ਸੀ ਪਤਾ ਕਿ ਇਸ ਦੁਨੀਆ ਉੱਤੇ ਕਿਉਂ ਆਏ ਹਾਂ, ਕੀ ਕਰਨ ਵਾਸਤੇ ਆਏ ਹਾਂ, ਮੈਂ ਕੌਣ ਹਾਂ। ਬਹੁਤ ਸਾਰੇ ਸਵਾਲ ਸੀ। ਗੁਰੂ ਅਰਜਨ ਦੇਵ ਪਾਤਸ਼ਾਹ ਜੋ ਬਖਸ਼ਿਸ਼ ਕਿਰਪਾ ਕਰਦੇ ਹੋਏ, ਉਹਨਾਂ ਨੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਉਚਾਰਿਆ ਹੈ, ਜਿਸ ਦੇ ਵਿੱਚ ਸਾਡੇ ਬਹੁਤ ਸਾਰੇ ਕੁਐਸਚਨਸ, ਬਹੁਤ ਸਾਰੇ ਸਵਾਲ, ਉਹਨਾਂ ਦਾ ਉੱਤਰ ਦਿੱਤਾ ਗਿਆ ਹੈ ਸਾਨੂੰ। ਆਓ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਕੇ ਸ਼ਰਵਣ ਕਰਦੇ ਹਾਂ ਕਿਵੇਂ ਸਤਿਗੁਰੂ ਕਿਰਪਾ ਕਰਦੇ ਨੇ। ਆਇਓ ਸੁਨਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗੈ ਅਨ ਲਾਲਚ, ਬਿਰਥਾ ਜਨਮ ਪਰਾਣੀ। ਸਮਝ ਅਚੇਤ ਚੇਤ ਮਨ ਮੇਰੇ, ਕਥੀ ਸੰਤਨ ਅਕਥ ਕਹਾਣੀ। ਲਾਭ ਲੈ ਹੋ ਹਰ ਹਿਰਦੈ ਅਰਾਧੋ, ਛੁਟਕੈ ਆਵਣ ਜਾਣੀ। ਉਦਮ ਸਕਤ ਸਿਆਣਪ ਤੁਮਰੀ, ਦੇਹ ਤਾ ਨਾਮ ਵਖਾਣੀ। ਸਈ ਭਗਤ ਭਗਤ ਜੋ ਲਾਗੇ,
ਨਾਨਕ ਜੋ ਪ੍ਰਭ ਭਾਣੀ। ਜਦੋਂ ਇਸ ਸ਼ਬਦ ਨੂੰ ਸ਼ਰਵਣ ਕਰੀਏ ਤੇ ਸੱਚੇ ਪਾਤਸ਼ਾਹ ਜੀ ਸ਼ੁਰੂਆਤ ਦੇ ਵਿੱਚ ਬਚਨ ਕਰਦੇ ਨੇ, ਆਇਓ। ਆਇਓ ਸ਼ਬਦ ਜੋ ਹੈ ਇਸ਼ਾਰਾ ਕਰਦਾ ਹੈ ਕਿ ਤੂੰ ਇਸ ਜਗ੍ਹਾ ਉੱਤੇ ਪੱਕਾ ਰਹਿਣ ਵਾਲਾ ਨਹੀਂ ਸੀ। ਇਸ ਜਗ੍ਹਾ ਦੇ ਉੱਤੇ ਤੇਰਾ ਪੱਕਾ ਟਿਕਾਣਾ ਨਹੀਂ ਸੀ। ਕਿਸੇ ਹੋਰ ਦੁਨੀਆ ਤੋਂ ਇਸ ਧਰਤੀ ਦੇ ਉੱਤੇ ਤੂੰ ਵਾਪਸ ਇਸ ਧਰਤੀ ਦੇ ਉੱਤੇ ਆਇਆ ਹੈ, ਇੱਥੇ ਆ ਕੇ ਜਨਮ ਲਿਆ ਹੈ। ਸਤਿਗੁਰੂ ਕਹਿੰਦੇ ਨੇ, ਆਇਓ, ਕਿਸੇ ਹੋਰ ਦੁਨੀਆ ਦਾ ਵਾਸੀ ਸੀ ਤੂੰ, ਇਸ ਧਰਤੀ ਦੇ ਉੱਤੇ ਆ ਗਿਆ। ਪਰ ਜੇ ਬੰਦੇ ਵੱਲ ਵੇਖਿਆ ਜਾਵੇ, ਇਹਨੂੰ ਪੁੱਛਿਆ ਜਾਏ ਤੇ ਇਹ ਆਪਣੇ ਦਾਵਾ ਇੰਨਾ ਕੁ ਜ਼ਿਆਦਾ ਬੰਨ੍ਹ ਲੈਂਦਾ ਹੈ, ਹਰੇਕ ਚੀਜ਼ ਦੇ ਉੱਤੇ ਇਹਨੇ ਕਬਜ਼ਾ ਕੀਤਾ ਪਿਆ ਹੈ। ਇਹ ਕਹਿੰਦਾ ਹੈ ਜੀ ਸਭ ਕੁਛ ਮੇਰਾ ਹੈ, ਐਵਰੀਥਿੰਗ ਇਜ਼ ਮਾਈਨ, ਹਰੇਕ ਚੀਜ਼ ਮੇਰੀ ਹੈ, ਮੈਂ ਜੋ ਚਾਹਾਂ ਕਰ ਸਕਦਾ, ਜੋ ਹੋਏਗਾ ਮੇਰੇ ਕਰਕੇ ਹੋਏਗਾ। ਤੇ ਗੁਰੂ ਪਾਤਸ਼ਾਹ ਜੀ ਗੁਰਬਾਣੀ ਦਾ ਹੀ ਇੱਕ ਸ਼ਬਦ ਹੈ ਜਿਹਦੇ ਵਿੱਚ ਇਸ ਨੂੰ ਦੱਸਦੇ ਨੇ, ਇਸ ਨੂੰ ਉਪਦੇਸ਼ ਦਿੰਦੇ ਪਏ ਨੇ। ਪ੍ਰਾਣੀ ਤੂੰ ਆਇਆ ਲਾਹ ਲੈਣ, ਲੱਗਾ ਕਿਤ ਕੁ ਫਕੜੇ, ਸਭ ਮੁਕਦੀ ਚੱਲੀ ਰਹਿਣ। ਗੁਰੂ ਪਾਤਸ਼ਾਹ ਜੀ ਬਚਨ ਕਰਦੇ ਨੇ, ਪ੍ਰਾਣੀ ਤੂੰ ਆਇਓ ਲਾਹਾ ਲੈਣ। ਲਾਹਾ ਸ਼ਬਦ ਬਹੁਤ ਹੀ ਵਧੀਆ ਸ਼ਬਦ ਹੈ। ਲਾਹੇ ਦਾ ਮਤਲਬ ਹੈ ਤੂੰ ਇਸ ਦੁਨੀਆ ਦੇ ਉੱਤੇ ਆਇਆ ਹੈ ਕੁਛ ਸਪੈਸ਼ਲ ਕਰਨ ਵਾਸਤੇ। ਯੂ ਹੈਵ ਕਮ ਹੇਅਰ ਫॉर द ਸਪੈਸ਼ਲ ਪਰਪਸ। ਗਰੀਬ ਨਵਾਜ ਪਾਤਸ਼ਾਹ ਬਚਨ ਕਰਦੇ ਨੇ, ਕਿਸੇ ਸਪੈਸ਼ਲ ਪਰਪਸ ਵਾਸਤੇ ਤੂੰ ਇਸ ਦੁਨੀਆ ਦੇ ਉੱਤੇ ਆਇਆ ਹੈ। ਆਇਓ ਲਾਹਾ ਲੈਣ। ਲਾਹਾ ਕੀ ਹੈ? ਲਾਹਾ ਕਹਿ ਲਵੋ ਕੁਛ ਚੰਗਾ ਲਾਭ ਲੈਣ ਵਾਸਤੇ। ਜਿਵੇਂ ਕਿ ਕੋਈ ਬੰਦਾ ਦੂਰ ਕਿਤੇ ਬਿਜ਼ਨਸ ਕਰਨ ਵਾਸਤੇ ਗਿਆ ਹੋਵੇ, ਔਰ ਕੋਈ ਵੀ ਐਸਾ ਨਹੀਂ ਜੋ ਘਾਟੇ ਦਾ ਸੌਦਾ ਕਰੇਗਾ। ਹਰੇਕ ਬੰਦਾ ਜਾਣਦਾ ਹੈ ਇਸ ਚੀਜ਼ ਨੂੰ, ਹਰੇਕ ਬੰਦਾ ਪਸੰਦ ਕਰਦਾ ਹੈ ਕਿ ਜੇ ਉਹ ਸੌਦਾ ਕਰੇ ਤੇ ਵਧੀਆ ਲਾਹੇ ਵਾਲਾ ਕਰੇ। ਕਿਉਂਕਿ ਸਾਧ ਸੰਗਤ ਜੀਓ, ਲਿਊਕਰੇਟਿਵ ਬਿਜ਼ਨਸ ਜਿਹੜਾ ਹੈ ਸਭ ਤੋਂ ਬੈਸਟ ਹੈ। ਹਰੇਕ ਬੰਦੇ ਦਾ ਜੀ ਕਰਦਾ ਹੈ ਕਿ ਉਹਨੂੰ ਘਾਟਾ ਨਾ ਕਿਤੇ ਵੀ ਪਵੇ। ਤੇ ਜਦੋਂ ਬੰਦਾ ਦੁਨੀਆ ਤੇ ਆ ਗਿਆ ਤੇ ਸਤਿਗੁਰੂ ਕਹਿੰਦੇ ਨੇ, ਤੂੰ ਘਾਟੇ ਦਾ ਸੌਦਾ ਕਰਦਾ ਪਿਆ। ਪੁੱਛਿਆ, ਜੀ ਮੈਂ ਘਾਟੇ ਦਾ ਸੌਦਾ ਕਿਵੇਂ ਕਰਦਾ? ਕੌਣ ਕਹਿੰਦਾ ਹੈ ਮੈਂ ਘਾਟੇ ਵਿੱਚ ਹਾਂ? ਤੇ ਸਾਧ ਸੰਗਤ, ਜਦੋਂ ਅਸੀਂ ਗੁਰਬਾਣੀ ਪੜ੍ਹਾਂਗੇ, when we read ਗੁਰਬਾਣੀ, ਸਤਿਗੁਰੂ ਜੀ is saying in the ਗੁਰਬਾਣੀ, ਰਾਤ ਗਵਾਈ ਸੋਏ ਕੈ, ਦਿਮਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਸਤਿਗੁਰੂ ਪਾਤਸ਼ਾਹ ਜੀ ਬਚਨ ਕਰਦੇ ਨੇ, ਤੂੰ ਕੋਈ ਵਧੀਆ ਸੌਦਾ ਨਹੀਂ ਕਰਦਾ ਪਿਆ। ਤੂੰ ਪੁੱਛਦਾ ਹੈ ਕਿ ਕੌਣ ਕਹਿੰਦਾ ਹੈ ਮੈਂ ਘਾਟੇ ਦਾ ਸੌਦਾ ਕਰਦਾ? ਸਤਿਗੁਰੂ ਕਹਿੰਦੇ ਨੇ, ਤੂੰ ਕੀ ਕਰਦਾ ਪਿਆ? ਰਾਤ ਗਵਾਈ ਸੋਏ ਕੈ, ਯੂ ਆਰ ਸਪੈਂਡਿੰਗ ਹੋਲ ਨਾਈਟ। ਸਾਰੀ ਰਾਤ ਤੂੰ ਇਸ ਤਰੀਕੇ ਨਾਲ ਬਿਤਾ ਦਿੱਤੀ ਹੈ, ਵਧੀਆ ਖਾ ਕੇ ਜਾਂ ਸੋ ਕੇ। ਰਾਤ ਸਾਰੀ ਸੌਂ ਕੇ ਗੁਜ਼ਾਰ ਦਿੱਤੀ। ਤੇ ਜਿਹੜਾ ਦਿਨ ਹੈ ਨਾ, ਉਹ ਗੁਜ਼ਾਰਿਆ ਕਿਹੜੀ ਚੀਜ਼ਾਂ ਦੇ ਵਿੱਚ? ਬਸ ਹਰੇਕ ਚੀਜ਼ ਨੂੰ ਖਾ ਲਿਆ,
ਕੁਛ ਟੇਸਟ ਦੇ ਪਿੱਛੇ ਲੱਗ ਕੇ, ਤੂੰ ਆਪਣੀ ਇਸ ਜ਼ੁਬਾਨ ਦੇ ਪਿੱਛੇ ਲੱਗ ਕੇ ਆਪਣਾ ਜੋ ਕੀਮਤੀ ਸਮਾਂ ਸੀ, ਇਹ ਜੋ ਜ਼ਿੰਦਗੀ ਹੈ, ਇਹਨੂੰ ਵਿਅਰਥ ਗਵਾ ਰਿਹਾ ਹੈ। ਸੋ ਬੇਨਤੀ ਕਰਾਂ ਸਾਧ ਸੰਗਤ ਜੀਓ, ਜਿੱਥੇ ਕਿ ਇਹ ਪ੍ਰਮਾਣ ਸਾਨੂੰ ਦੱਸਦੇ ਨੇ, ਯੂ ਆਰ ਨੋਟ ਫਰੋਮ ਹੀਅਰ, ਤੂੰ ਇੱਥੋਂ ਦਾ ਨਹੀਂ, ਤੂੰ ਕਿਤੇ ਹੋਰ ਤੋਂ ਆਇਆ ਹੈ। ਹੁਣ ਆਇਆ ਕਿਉਂ ਹੈ? ਸਤਿਗੁਰੂ ਅਰਜਨ ਦੇਵ ਮਹਾਰਾਜ 5th ਸਤਿਗੁਰੂ ਬਖਸ਼ਿਸ਼ ਕਰਕੇ ਬਚਨ ਕਰਦੇ ਹੋਏ ਕਹਿ ਰਹੇ ਨੇ, ਆਇਓ ਸੁਨਨ ਪੜਨ ਕਉ ਬਾਣੀ। ਤੂੰ ਇਸ ਜਗ੍ਹਾ ਤੇ ਆਇਆ ਹੈ, ਯੂ ਆਰ ਕਮ ਹੀਅਰ ਫॉर ਰੀਡਿੰਗ, ਫॉर ਲਿਸਨਿੰਗ ਦਾ ਟਰੂ ਗੁਰਬਾਣੀ। ਉਸ ਸਤਿਗੁਰੂ ਪਾਤਸ਼ਾਹ ਜੀ ਦੀ ਜੋ ਬਾਣੀ ਹੈ, ਜੋ ਬਚਨ ਨੇ, ਉਹਨਾਂ ਨੂੰ ਪੜ੍ਹਨ ਵਾਸਤੇ, ਉਹਨਾਂ ਨੂੰ ਸੁਣਨ ਵਾਸਤੇ ਇੱਥੇ ਆਇਆ। ਜਦੋਂ ਆਪਾਂ ਇਸ ਚੀਜ਼ 'ਤੇ ਵਿਚਾਰ ਕਰੀਏ ਵੀ ਗੁਰਬਾਣੀ ਬਾਰੇ ਕਿਉਂ ਗੁਰੂ ਜੀ ਬੋਲਦੇ ਪਏ ਹੈ, ਸਤਿਗੁਰੂ ਜੀ ਕਿਉਂ ਵਾਰ-ਵਾਰ ਇਸੇ ਚੀਜ਼ ਦਾ ਉਪਦੇਸ਼ ਦੇ ਰਹੇ ਨੇ ਕਿ ਤੂੰ ਗੁਰਬਾਣੀ ਪੜ੍ਹਨੇ ਆਇਆ ਹੈ, ਗੁਰਬਾਣੀ ਸੁਣਨੇ ਆਇਆ ਹੈ। ਤੇ ਸਾਧ ਸੰਗਤ ਜੀਓ, ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਾਂ, ਗੁਰਬਾਣੀ ਇੱਕ ਐਸਾ ਤਰੀਕਾ ਹੈ ਜਿਸ ਦੇ ਰਾਹੀਂ ਸਤਿਗੁਰੂ ਜੀ ਸਾਨੂੰ ਵਾਰ-ਵਾਰ ਉਪਦੇਸ਼, ਵਾਰ-ਵਾਰ ਮੈਸੇਜ ਕਨਵੇ ਕਰ ਰਹੇ ਨੇ। ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਾਂਗੇ ਤੇ ਯਾਦ ਰੱਖਣਾ, ਅਸੀਂ ਜਦੋਂ ਆਪਣਾ ਪਿਛਲਾ ਸਾਰਾ ਇਤਿਹਾਸ ਦੇਖੀਏ, ਜਿੱਥੇ ਵੀ ਕਿਸੇ ਦਾ ਭਲਾ ਹੋਇਆ, ਉਹ ਗੁਰਬਾਣੀ ਕੀ ਹੈ? ਵਟ ਇਜ਼ ਦਾ ਗੁਰਬਾਣੀ? ਦੋਸ ਵਰਡਸ, ਉਹ ਵਾਲੇ ਸ਼ਬਦ ਜਿਹੜੇ ਕਿ ਸਤਿਗੁਰੂ ਜੀ ਨੇ ਬੋਲੇ ਨੇ, ਗੁਰੂ ਪਾਤਸ਼ਾਹ ਜੀ ਜੋ ਆਪਣੇ ਮੁਖੋਂ ਬੋਲਦੇ ਹੈ। ਸੋ ਬਚਨ ਗੁਰੂ ਕਾ, ਜਿਵੇਂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਆਪਾਂ ਗੁਰਬਾਣੀ ਨੂੰ ਪੜ੍ਹਾਂਗੇ ਜਦੋਂ, ਤੇ ਉੱਥੋਂ ਪਤਾ ਲੱਗੇਗਾ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਰਾਮ ਜਪੋ ਜੀ। ਇਹ ਉਪਦੇਸ਼ ਸਤਿਗੁਰੂ ਜੀ ਦੀ ਉਸ ਗੁਰਬਾਣੀ ਵਿੱਚੋਂ ਮਿਲੇਗਾ। ਜਦੋਂ ਉੱਥੇ ਫਿਰ ਲਿਖਿਆ ਹੋਇਆ ਹੈ ਕਿ ਤੂੰ ਰਾਮ ਦਾ ਨਾਮ, ਸਤਿਗੁਰੂ ਦਾ ਨਾਮ ਇੱਦਾਂ ਜਪ ਜਿਵੇਂ ਕਿ ਧਰੂ ਨੇ ਜਪਿਆ, ਪ੍ਰਹਿਲਾਦ ਨੇ ਜਪਿਆ। ਤੇ ਯਾਦ ਰੱਖਣਾ, ਜਦੋਂ ਆਪਾਂ ਧਰੂ ਦੀ ਗੱਲ ਕਰਾਂਗੇ ਤੇ ਸਾਧ ਸੰਗਤ ਜੀਓ, ਧਰੂ ਇੱਕ ਛੋਟਾ ਜਿਹਾ ਬੱਚਾ ਹੈ ਜਿਸ ਦੀ ਬਾਬਤ ਸਤਿਗੁਰੂ ਜੀ ਗੁਰਬਾਣੀ ਵਿੱਚ ਬਚਨ ਕਰਦੇ ਨੇ, 5 ਬਰਖ ਕੋ ਅਨਾਥ ਧਰੂ ਬਾਰ ਇੱਕ ਹਰ ਸਿਮਰਤ ਅਮਰ ਅਟਾਰੇ। ਆਪਾਂ ਗੱਲ ਕਰਦੇ ਪਏ ਹਾਂ ਗੁਰਬਾਣੀ ਦੀ। ਗੁਰਬਾਣੀ, ਜਿੱਥੇ ਕਿ ਬਾਣੀ ਦਾ ਮਤਲਬ ਹੈ ਸਮ ਵਰਡਸ, ਜਿਹੜੇ ਕਿ ਗੁਰੂ ਵੱਲੋਂ ਬੋਲੇ ਜਾਣ ਜਾਂ ਇੱਕ ਆਮ ਬੰਦੇ ਵੱਲੋਂ ਬੋਲੇ ਜਾਣ। ਗੁਰੂ ਵੱਲੋਂ ਬੋਲੇ ਗਏ ਤੇ ਉਹ ਗੁਰਬਾਣੀ ਬਣ ਜਾਏਗੀ, ਜਦੋਂ ਉਹ ਕਿਸੇ ਬੰਦੇ ਕੋਲੋਂ ਬੋਲੇ ਗਏ ਤੇ ਉਹ ਇੱਕ ਆਮ ਬਾਣੀ ਹੈ। ਬੇਸ਼ੱਕ ਦੋਨੋਂ ਵਰਡਸ, ਜੋ ਦੋਨੋਂ ਸ਼ਬਦ ਹਨ, ਇਹਨਾਂ ਦੇ ਵਿੱਚ ਕੋਈ ਜ਼ਿਆਦਾ ਅੰਤਰ, ਜ਼ਿਆਦਾ ਭੇਤ ਨਹੀਂ। ਕਹਿਣ ਤੋਂ ਭਾਵ, ਜੇ ਬੰਦਾ ਸਿੱਖਣਾ ਚਾਹਵੇ ਤੇ ਬਹੁਤ ਕੁਝ ਇੱਥੋਂ ਵੀ ਮਿਲ ਜਾਂਦਾ। ਧਰੂ ਦੀ ਆਪਾਂ ਗੱਲ ਕਰੀਏ, ਸਤਿਗੁਰੂ ਪਾਤਸ਼ਾਹ ਜੀ ਗੁਰਬਾਣੀ ਵਿੱਚ ਉਹਨਾਂ ਦਾ ਪ੍ਰਮਾਣ ਦੇ ਕੇ ਕਹਿ ਰਹੇ ਨੇ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਧਰੂ ਜਿਹੜਾ ਹੈ, ਹੀ ਇਜ਼ 5 year old, 5 ਸਾਲ ਇਹਦੀ ਉਮਰ ਹੈ। 5 ਸਾਲਾਂ ਦੇ ਵਿੱਚ ਗੁਰਮੁਖੋ, ਤੁਸੀਂ ਇਹ ਚੀਜ਼ ਨੂੰ ਕੰਪੇਅਰ ਕਰਕੇ ਵੇਖੋ ਕਿ 5 ਸਾਲ ਦਾ ਬੱਚਾ ਕਿੱਡਾ ਕੁ ਹੁੰਦਾ ਹੈ। ਉਸ 5 ਸਾਲ ਦੇ ਵਿੱਚ ਇਹ ਧਰੂ ਜਿਹੜਾ ਬੰਦਗੀ ਕਰਨ ਤੁਰ ਪਿਆ, ਨਾਮ ਜਪਣ ਤੁਰ ਪਿਆ। ਮੇਰਾ ਕਹਿਣ ਤੋਂ ਭਾਵ ਕਿ ਉਸ ਨੂੰ ਕਿਰਪਾ ਹੋਈ ਜਦੋਂ ਨਾਮ ਜਪਣ ਜਾਂਦਾ ਹੈ, ਤੇ ਰਾਹ ਦੇ ਵਿੱਚ ਨਾਰਦ ਮੁਨੀ ਜਦੋਂ ਮਿਲੇ ਤੇ ਉਸ ਵਕਤ ਨਾਰਦ ਜੀ ਨੇ ਇਹ ਪੁੱਛਿਆ ਕਿ ਤੂੰ ਕਿੱਥੇ ਚੱਲਿਆ ਹੈ? ਧਰੂ ਛੋਟਾ ਜਿਹਾ ਹੈ। ਸਪੋਜ਼ ਕਰੋ ਕਿ 5 ਸਾਲ ਦਾ ਬੱਚਾ ਜੋ ਹੈ ਉਹ ਨਾਮ ਸਿਮਰਨ ਕਰਨ ਜਾ ਰਿਹਾ ਜੰਗਲਾਂ ਦੇ ਵਿੱਚ, ਜਿੱਥੇ ਕਿ ਕੋਈ ਉਸ ਦੀ ਹੈਲਪ ਵਾਸਤੇ ਨਹੀਂ ਹੈ, ਉਹਦਾ ਕੋਈ ਆਪਣਾ ਨਹੀਂ ਹੈ, ਕਿਸੇ ਤਰੀਕੇ ਦੀ ਕੋਈ ਫੈਸਿਲਿਟੀ ਨਹੀਂ ਹੈ ਉਸ ਜੰਗਲ ਦੇ ਵਿੱਚ। ਹੁਣ ਉਹ ਨਿੱਕਾ ਜਿਹਾ ਬੱਚਾ
ਉਹ ਤੁਰਿਆ ਜਾਂਦਾ ਹੈ ਜਦੋਂ ਸਾਧ ਸੰਗਤ ਜੀਓ। ਤੇ ਨਾਰਦ ਮੁਨੀ ਰਾਹ ਵਿੱਚ ਜਦੋਂ ਮਿਲਦੇ ਨੇ, ਉੱਥੇ ਉਹਨਾਂ ਨੇ ਜੋ ਉਪਦੇਸ਼ ਦਿੱਤਾ ਉਹ ਵੀ ਗੁਰਬਾਣੀ ਹੈ। ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਕਰਦੇ ਹਨ ਕਿ ਆਇਓ ਸੁਨਨ ਪੜਨ ਕਉ ਬਾਣੀ, ਕਿ ਤੂੰ ਇਸ ਦੁਨੀਆ ਉੱਤੇ ਬਾਣੀ ਨੂੰ, ਬਾਣੀ ਕੀ ਹੈ? ਗੁਰੂ ਕਾ ਸ਼ਬਦ, ਗੁਰੂ ਦਾ ਉਪਦੇਸ਼। ਤੂੰ ਆਇਆ ਹੈ ਸੁਣਨ ਵਾਸਤੇ, ਪੜਨ ਵਾਸਤੇ ਗੁਰੂ ਕੀ ਬਾਣੀ, ਕਿਉਂਕਿ ਜਦੋਂ ਤੂੰ ਉਸ ਸਤਿਗੁਰੂ ਦੀ ਬਾਣੀ ਨੂੰ ਸੁਣੇਗਾ, ਜਦੋਂ ਪੜ੍ਹੇਗਾ, ਤੂੰ ਕਦੀ ਵੀ ਗਲਤ ਨਹੀਂ ਹੋ ਸਕਦਾ। ਤੂੰ ਗਲਤ ਹੋ ਹੀ ਨਹੀਂ ਸਕਦਾ, ਤੂੰ ਗਲਤ ਰਸਤੇ ਤੇ ਜਾ ਨਹੀਂ ਸਕਦਾ, ਕਿਉਂਕਿ ਗੁਰੂ ਕਾ ਸ਼ਬਦ ਜੋ ਹੈ ਉਸ ਵਕਤ ਤੈਨੂੰ ਸੰਭਾਲੇਗਾ। ਹੁਣ ਨਾਰਦ ਜੀ ਇਸ ਧਰੂ ਨੂੰ ਪੁੱਛਦੇ ਨੇ ਕਿ ਬੇਟਾ ਤੂੰ ਕਿੱਥੇ ਚੱਲਿਆ? ਯਾਦ ਰੱਖਣਾ, ਮੈਂ ਉਸ ਧਰੂ ਬਾਰੇ ਬੋਲ ਰਿਹਾ ਜੋ ਕਿ 5 ਸਾਲਾਂ ਦਾ ਹੈ ਔਰ ਉਹ ਜਾ ਰਿਹਾ ਹੈ ਭਜਨ ਬੰਦਗੀ ਕਰਨ। ਤੇ ਨਾਰਦ ਮੁਨੀ ਕਹਿੰਦੇ ਨੇ ਤੂੰ ਕਿੱਥੇ ਚੱਲਿਆ ਹੈ? ਕਹਿਣ ਲੱਗਾ ਮੈਂ ਚੱਲਿਆ ਨਾਮ ਜਪਣ। ਸਾਧ ਸੰਗਤ ਜੀਓ, ਕਿੱਡੇ ਵੱਡੇ ਸਾਡੇ ਭਾਗ ਨੇ, ਅਸੀਂ ਘਰੇ ਬੈਠ ਕੇ ਨਾਮ ਜਪਦੇ ਪਏ ਹਾਂ। ਉਹ ਬੱਚਾ ਗਿਆ ਸੀ ਜੰਗਲਾਂ ਦੇ ਵਿੱਚ, ਇੱਥੇ ਫਿਰ ਨਾਰਦ ਮੁਨੀ ਉਪਦੇਸਿਆ। ਭਾਈ ਗੁਰਦਾਸ ਜੀ ਆਪਣੀ ਵਾਰਾਂ ਵਿੱਚ ਲਿਖਦੇ ਹਨ, ਨਾਰਦ ਮੁਨੀ ਉਪਦੇਸਿਆ, ਨਾਉ ਨਿਧਾਨ ਮਿਓ ਰਸ ਪੀਤਾ, ਨਾਉ ਨਿਧਾਨ ਮਿਓ ਰਸ ਪੀਤਾ। ਨਾਰਦ ਮੁਨੀ, ਉਸ ਰਿਸ਼ੀ ਨੇ ਇਸ ਨੂੰ ਉਪਦੇਸ਼ ਦੇ ਕੇ ਤੇ ਉੱਥੇ ਫਿਰ ਨਾਮ ਦਿੱਤਾ, ਭਜਨ ਦਿੱਤਾ ਇਸ ਦੇ ਕੰਨ ਦੇ ਵਿੱਚ। ਉਹ ਜਿਹੜਾ ਉਪਦੇਸ਼ ਸੀ ਸਾਧ ਸੰਗਤ ਜੀ, ਉਹ ਵੀ ਗੁਰਬਾਣੀ ਹੈ, ਜਿਸ ਦੀ ਬਾਬਤ ਗੁਰੂ ਜੀ ਕਹਿੰਦੇ ਨੇ ਜੇ ਦੁਨੀਆ ਉੱਤੇ ਆਇਆ ਹੈ ਤੇ ਯਾਦ ਰੱਖ ਕਿਸੇ ਸਪੈਸ਼ਲ ਪਰਪਸ ਨੂੰ ਆਇਆ ਹੈ, ਕਿਸੇ ਸਪੈਸ਼ਲ ਕੰਮ ਵਾਸਤੇ ਆਇਆ ਹੈ, ਕੁਝ ਖਾਸ ਲਾਹਾ ਲੈਣ ਵਾਸਤੇ ਆਇਆ ਹੈ। ਤੇ ਤੁਸੀਂ ਜਾਣਦੇ ਹੋ ਉਸ ਧਰੂ ਬਾਰਕ ਦੀ ਮੈਂ ਗੱਲ ਕਰਾਂ, ਨਾਮ ਜਪ ਕੇ ਉਸ ਨੇ ਇਸ ਸ੍ਰਿਸ਼ਟੀ ਦਾ ਵੀ ਤੇ ਅਕਾਲ ਪੁਰਖ ਦੀ ਦਰਗਾਹ ਦਾ ਵੀ ਰਾਜ ਲਿਆ। ਸੋ ਅਰਜ਼ ਕਰਦਾ ਪਿਆ ਸੀ ਕਿ ਬਹੁਤੇ ਪੁੱਛਦੇ ਨੇ ਕਿ ਗੁਰਬਾਣੀ ਹੀ ਕਿਉਂ ਪੜ੍ਹਨੀ ਹੈ, ਗੁਰਬਾਣੀ ਹੀ ਕਿਉਂ ਸੁਣਨੀ ਹੈ, ਇਸ ਦੇ ਵਿੱਚ ਸਪੈਸ਼ਲ ਕੀ ਹੈ? ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ, ਜਦੋਂ ਤੂੰ ਗੁਰਬਾਣੀ ਨੂੰ ਪੜ੍ਹੇਗਾ ਤੈਨੂੰ ਉੱਥੋਂ ਪਤਾ ਲੱਗੇਗਾ ਕਿ ਗੁਰਬਾਣੀ ਪੜ੍ਹਨ ਦੇ ਨਾਲ, ਸੁਣਨ ਦੇ ਨਾਲ ਬੜਾ ਕੁਝ ਮਿਲਦਾ ਹੈ। ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜਪਜੀ ਸਾਹਿਬ ਦੇ ਵਿੱਚ ਪ੍ਰਮਾਣ ਦਿੰਦੇ ਹਨ। ਉਹ ਕਹਿੰਦੇ ਨੇ, ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਅਸੀਂ ਜਾਣਦੇ ਹਾਂ ਰਤਨ ਜਵਾਹਰ ਮਾਣਿਕ ਕੀ ਨੇ। These are very precious things, ਬਹੁਤ ਹੀ ਕੀਮਤੀ ਚੀਜ਼ਾਂ ਨੇ। ਰਤਨ ਜਵਾਹਰ ਆਦਿਕ ਡਾਇਮੰਡਸ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਨੇ ਇਹ ਸਾਰਾ ਕੁਝ ਤੇਰੀ ਮਤ ਦੇ ਵਿੱਚ ਪ੍ਰਗਟ ਹੋ ਸਕਦਾ ਹੈ, ਪਰ ਤੈਨੂੰ ਇੱਕ ਕੰਮ ਕਰਨਾ ਪਏਗਾ। ਯੂ ਹੈਵ ਟੂ ਡੂ ਵਨ ਥਿੰਗ, ਇੱਕ ਕੰਮ ਕਰਨਾ ਪਏਗਾ। ਤੂੰ ਸਤਿਗੁਰੂ ਦੀ ਇੱਕ ਗੱਲ ਸੁਣ ਲੈ, ਇੱਕ ਗੁਰੂ ਕਾ ਉਪਦੇਸ਼ ਮੰਨ ਲੈ। ਜੋ ਗੁਰੂ ਕਵੇ ਤੈਨੂੰ ਉਹ ਚੀਜ਼ ਮੰਨ ਲੈਣੀ ਚਾਹੀਦੀ ਹੈ। ਯੂ ਸ਼ੁੱਡ ਫਾਲੋ ਵਨ ਥਿੰਗ, ਜੋ ਸਤਿਗੁਰੂ ਤੈਨੂੰ ਕਹਿੰਦੇ ਨੇ। ਤੇ ਗੁਰੂ ਪਾਤਸ਼ਾਹ ਜੀ ਇੱਕੋ ਹੀ ਬਚਨ ਕਰਦੇ ਨੇ, ਭਾਈ ਤੂੰ ਇੱਥੇ ਆਇਆ, ਤੂੰ ਨਾਮ ਜਪ, ਬਾਣੀ ਪੜ੍ਹ। ਸਾਧ ਸੰਗਤ ਜੀਓ, ਜਿਵੇਂ ਕਿ ਹਾਜ਼ਰਾ ਹਜ਼ੂਰ ਪਾਤਸ਼ਾਹ ਜੀ ਵੀ ਕਿਰਪਾ ਕਰ ਰਹੇ ਨੇ, ਦੇਸਾਂ ਪ੍ਰਦੇਸ਼ਾਂ ਦੇ ਵਿੱਚ ਇਹੀ ਉਪਦੇਸ਼ ਦਿੱਤਾ ਜਾ ਰਿਹਾ ਹੈ ਗੁਰੂ ਜੀ ਵੱਲੋਂ ਕਿ ਸਾਰੇ ਨਾਮ ਸਿਮਰਨ ਕਰੋ, ਫਿਰ ਗੁਰਬਾਣੀ ਪੜ੍ਹੋ, ਪੰਜਾਬੀ ਸਿੱਖੋ, ਤਾਂ ਜੋ ਸਾਨੂੰ ਸਿੱਧਾ ਰਾਹ ਮਿਲਦਾ ਰਹੇ। ਸੋ ਮੈਂ ਅਰਜ਼ ਕਰਦਾ ਪਿਆ ਸੀ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਚਨ ਕਰਦੇ ਹੋਏ ਕਹਿ ਰਹੇ ਹਨ, ਆਇਓ ਸੁਨਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗਹਿ ਅਨ ਲਾਲਚ, ਬਿਰਥਾ ਜਨਮ ਪਰਾਣੀ। ਲੜੀ ਜੋੜਨ ਵਾਸਤੇ ਰਿਪੀਟ ਕਰਾਂ, ਨਾਮ ਬਾਣੀ ਸੁਣਨ ਔਰ ਪੜ੍ਹਨ ਵਾਸਤੇ ਆਇਆ ਸੀ ਨਾ। ਜਦੋਂ ਇਸ ਨੇ ਨਾ ਬਾਣੀ ਨੂੰ ਪੜ੍ਹਿਆ ਨਾ ਹੀ ਸੁਣਿਆ ਤੇ ਇਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਬਾਣੀ ਰਾਹੀਂ ਸਾਨੂੰ ਕੀ ਮੈਸੇਜ ਦਿੱਤਾ ਜਾ ਰਿਹਾ ਸੀ। ਮੈਸੇਜ ਸੀ ਤੂੰ ਨਾਮ ਜਪ, ਬੰਦਗੀ ਕਰ। ਹੁਣ
ਕਈਆਂ ਦੇ ਮਨ ਵਿੱਚ ਇਹ ਆ ਜਾਂਦਾ ਹੈ ਕਿ ਨਾਮ ਹੀ ਜਪਣ ਨੂੰ ਕਿਉਂ ਕਿਹਾ ਜਾ ਰਿਹਾ ਹੈ? ਕੀ ਨਾਮ ਨੇ ਸੁੱਖ ਦੇ ਦੇਣਾ ਹੈ? ਨਾਮ ਕੋਈ ਬਹੁਤੀ ਵਧੀਆ ਚੀਜ਼ ਹੈ? ਤੇ ਗਰੀਬ ਨਵਾਜ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਦੀ ਬਾਣੀ ਜਦੋਂ ਪੜ੍ਹੀਏ ਸੁਖਮਨੀ ਸਾਹਿਬ, ਤੇ ਉੱਥੋਂ ਜਾ ਕੇ ਪਤਾ ਲੱਗਦਾ ਹੈ ਕਿ ਨਾਮ ਜਿਹੜਾ ਹੈ ਉਹ ਬਹੁਤ ਹੀ ਜ਼ਿਆਦਾ ਸਾਡੀ ਮਦਦ ਵੀ ਕਰਦਾ ਹੈ, ਔਰ ਨਾਮ ਦੀ ਪਾਵਰ, ਨਾਮ ਦੀ ਸ਼ਕਤੀ ਬਾਰੇ ਦੱਸਿਆ ਗਿਆ ਹੈ। ਸਤਿਗੁਰੂ ਜੀ ਦਾ ਬਚਨ ਹੈ, ਜੇਹ ਪੈਡੈ ਮਹਾ ਅੰਧ ਗੁਬਾਰਾ, ਹਰਿ ਕਾ ਨਾਮ ਤੋਹਿ ਸੰਗੁ ਜੀਆਰਾ। ਇੱਕ ਐਸੀ ਜਗ੍ਹਾ ਬਾਰੇ ਦੱਸਿਆ ਗਿਆ ਜਿੱਥੇ ਬੰਦਾ ਮੌਤ ਤੋਂ ਬਾਅਦ ਜਾਏਗਾ, ਜਿੱਥੇ ਕਿ ਇਸ ਨੂੰ ਜਾਣਾ ਪਏਗਾ, ਜੀਵਾਤਮਾ ਉਸ ਰਸਤੇ ਤੇ ਪਹੁੰਚੇਗੀ। ਤੇ ਦੱਸਿਆ ਜੇਹ ਪੈਡੈ ਮਹਾ ਅੰਧ ਗੁਬਾਰਾ, ਹਰੇਕ ਪਾਸੇ ਡਾਰਕਨੈਸ ਹੈ, ਹਨੇਰਾ ਹੀ ਹਨੇਰਾ ਹੈ। ਹੁਣ ਉੱਥੇ ਯੂ ਕਾਂਟ ਸੀ, ਕੁਛ ਵੀ ਨਹੀਂ ਵੇਖ ਸਕਦਾ, ਕੋਈ ਤੇਰਾ ਉਸ ਜਗ੍ਹਾ ਦੇ ਉੱਤੇ ਹੈਲਪ ਕਰਨ ਵਾਲਾ ਨਹੀਂ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਹਨ, ਜੇ ਤੂੰ ਨਾਮ ਜਪਿਆ ਹੋਏਗਾ, ਉਹ ਸੱਜਣਾ, ਇਹ ਨਾਮ ਨੇ ਹੀ ਉਸ ਜਗ੍ਹਾ ਦੇ ਉੱਤੇ ਲਾਈਟ ਦਾ ਕੰਮ ਕਰਨਾ ਹੈ, ਨਾਮ ਨੇ ਹੀ ਪ੍ਰਕਾਸ਼ ਦਾ ਕੰਮ ਕਰਨਾ ਹੈ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਬਚਨ ਹੈ, ਦੂਸਰੀ ਪੰਕਤੀ ਆਪਾਂ ਸ਼ਰਵਣ ਕਰਦੇ ਪਏ ਹਾਂ, ਨਾਮ ਵਿਸਾਰ ਲੱਗਹਿ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਹੇ ਪ੍ਰਾਣੀ, ਨਾ ਬਾਣੀ ਪੜ੍ਹੀ, ਨਾ ਸਮਝ ਆਈ, ਤੇ ਫਿਰ ਹੋਇਆ ਕਿ ਨਾਮ ਨੂੰ ਵਿਸਾਰ ਦਿੱਤਾ ਤੇ ਹੋਰਾਂ ਸਵਾਦਾਂ ਵਿੱਚ ਲੱਗ ਗਿਆ। ਯੂ ਹੈਵ ਫੋਰਗੋਟਨ ਦਾ ਟਰੂ ਨੇਮ ਆਫ ਦੀ ਗੋਡ। ਜਦੋਂ ਉਸ ਨੂੰ ਭੁੱਲ ਗਿਆ ਤੇ ਤੈਨੂੰ ਸਵਾਦ ਕੀ ਲੱਗੇ? ਉਹ ਦੁਨੀਆ ਦੇ ਟੇਸਟ ਜੋ ਹੈ ਹੀ ਟੇਸਟਲੈਸ ਨੇ, ਜਿਨ੍ਹਾਂ ਦੀ ਬਾਬਤ ਗੁਰੂ ਪਾਤਸ਼ਾਹ ਸ਼੍ਰੀ ਰਾਗ ਦੇ ਵਿੱਚ ਬਚਨ ਕਰਦੇ ਹਨ, ਜਿਤ ਖਾਧੈ ਤਨ ਪੀੜੀਐ, ਮਨ ਮਹਿ ਚੱਲਹਿ ਵਿਕਾਰ। ਗੁਰੂ ਪਾਤਸ਼ਾਹ ਬਚਨ ਕਰਦੇ ਨੇ, ਉਹ ਜਿਨ੍ਹਾਂ ਸਵਾਦਾਂ ਨੂੰ ਖਾਣ ਦੇ ਨਾਲ ਤਨ ਪੀੜੀ ਹੈ, ਜਿਹੜਾ ਸਰੀਰ ਹੈ ਇਹਦੇ ਵਿੱਚ ਬਹੁਤ ਸਾਰੀ ਪੇਨ ਹੋਏਗੀ, ਦਰਦ ਹੋਏਗੀ। ਮਨ ਮਹਿ ਚੱਲਹਿ ਵਿਕਾਰ, ਜਿਸ ਤਰੀਕੇ ਦੀ ਖੁਰਾਕ ਤੂੰ ਖਾਏਂਗਾ, ਉਸ ਤਰੀਕੇ ਦੇ ਜੋ ਤੇਰੀ ਥਿੰਕਿੰਗ ਹੈ, ਉਸ ਤਰੀਕੇ ਦੀ ਥਿੰਕਿੰਗ ਬਣੇਗੀ। ਸੋ ਸਾਧ ਸੰਗਤ ਜੀਓ, ਗਰੀਬ ਨਵਾਜ ਪਾਤਸ਼ਾਹ ਜੀ ਦਾ ਬਚਨ ਹੈ, ਨਾਮ ਵਿਸਾਰ ਲੱਗਹਿ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਤੇ ਕੀ ਹੁੰਦਾ ਹੈ? ਜਿਸ ਚੀਜ਼ ਦੇ ਆਧਾਰ, ਜਿਸ ਚੀਜ਼ ਦੇ ਸੌਦੇ ਵਾਸਤੇ, ਜਿਹੜਾ ਬਿਜ਼ਨਸ ਕਰਨ ਵਾਸਤੇ ਤੂੰ ਇਸ ਦੁਨੀਆ ਉੱਤੇ ਆਇਆ ਸੀ, ਉਹਨੂੰ ਹੀ ਗਵਾ ਲਿਆ। ਲਾਹੇ ਕਾਰਨ ਆਇਆ ਜਗ, ਹੋਏ ਮਜੂਰ, ਗਿਆ ਠਗਾਏ ਠੱਗ। ਸਤਿਗੁਰੂ ਪਾਤਸ਼ਾਹ ਜੀ ਦਾ ਬਚਨ ਹੈ, ਮਾਨੋ ਕਿ ਦੁਨੀਆ ਦੇ ਉੱਤੇ ਕੋਈ ਬੰਦਾ ਲਾਹੇ ਕਰਨ ਵਾਸਤੇ, ਸੌਦਾ ਕਰਨ ਵਾਸਤੇ ਆਇਆ ਹੋਵੇ। ਆਇਆ ਤੇ ਇਹ ਬਣ ਕੇ ਸੀ ਇੱਕ ਬਾਦਸ਼ਾਹ, ਇੱਕ ਸ਼ਹਿਨਸ਼ਾਹ। ਇਸ ਦੇ ਕੋਲ ਸੰਪੱਤੀ, ਇਹਦੇ ਕੋਲ ਧਨ ਹੈ ਸਵਾਸਾਂ ਦੀ। ਹੁਣ ਇੱਥੇ ਆ ਕੇ ਕੋਈ ਚੰਗਾ ਕਰਮ ਨਹੀਂ, ਕੋਈ ਨਾਮ ਨਹੀਂ, ਕੋਈ ਗੁਰੂ ਦਾ ਦਰਸ਼ਨ ਨਹੀਂ, ਕੋਈ ਗੁਰਬਾਣੀ ਨਹੀਂ ਪੜ੍ਹੀ। ਤੇ ਗੁਰੂ ਪਾਤਸ਼ਾਹ ਕਹਿੰਦੇ ਨੇ, ਤੇਰੀ ਹਾਲਤ ਕੀ ਹੈ? ਯੂ ਵਾਸ ਅ ਕਿੰਗ, ਇੱਕ ਰਾਜਾ ਸੀ, ਪਰ ਹੁਣ ਦੀ ਹਾਲਤ ਕੀ ਹੈ? ਤੂੰ ਇੱਕ ਲੇਬਰਰ ਬਣ ਚੁੱਕਿਆ, ਇੱਕ ਲੇਬਰ ਹੈ। ਦਿਨ ਰਾਤ ਮਜ਼ਦੂਰ ਬਣ ਕੇ ਸਮਾਨ ਚੁੱਕਦਾ ਹੈ, ਬਿਨਾਂ ਕਿਸੇ ਪਰਪਸ ਤੋਂ। ਪਰ ਤੇਰੀ ਹਾਲਤ ਇਹ ਹੈ, ਪਰਾਈ ਨਿੰਦਿਆ ਕਰਦਾ ਹੈ, ਬੁਰੇ ਕਰਮ ਸੋ ਖੈਰ। ਅਰਜ਼ ਕਰਾਂ, ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਕਰ ਰਹੇ ਹਨ ਕਿ ਸ਼ੁਰੂਆਤ ਕਿੱਥੋਂ ਹੈ, ਫਸਟ ਸਟੈਪ ਤੇਰਾ ਕੀ ਹੈ? ਯੂ ਹੈਵ ਟੂ ਲਿਸਨ ਗੁਰਬਾਣੀ, ਯੂ ਹੈਵ ਟੂ ਰੀਡ ਟੂ। ਜਦੋਂ ਤੂੰ ਇਸ ਨੂੰ ਸੁਣੇਗਾ, ਪੜ੍ਹੇਗਾ, ਫਿਰ ਤੈਨੂੰ ਪਤਾ ਲੱਗੇਗਾ ਵਾਈ ਯੂ ਆਰ ਹੀਅਰ। ਕੀ ਐਸਾ ਸਪੈਸ਼ਲ ਕੰਮ ਸੀ ਜਿਸ ਕਰਕੇ ਤੈਨੂੰ ਇਸ ਦੁਨੀਆ 'ਤੇ ਭੇਜਿਆ? ਤੇ ਗਰੀਬ ਨਵਾਜ ਪਾਤਸ਼ਾਹ ਜੀ ਤੀਸਰੀ ਪੰਕਤੀ ਵਿੱਚ ਬਚਨ ਕਰਦੇ ਨੇ, ਸਮਝ ਅਚੇਤ ਚੇਤ ਮਨ ਮੇਰੇ, ਕਥੀ ਸੰਤਨ ਕਥ ਕਹਾਣੀ। ਗੁਰੂ ਪਾਤਸ਼ਾਹ ਜੀ ਬਚਨ ਕਰਦੇ ਨੇ,
ਕਥੀ ਸੰਤਨ ਅਕਥ ਕਹਾਣੀ। ਅਕਥ ਕਹਾਣੀ ਕਿਹੜੀ? ਅਨਟੋਲਡ ਸਟੋਰੀ, ਜਿਸ ਦੇ ਬਾਰੇ ਅਸੀਂ ਦੱਸ ਨਹੀਂ ਸਕਦੇ ਉਹ ਕਿਹੜੀ ਕਹਾਣੀ ਹੈ, ਜਿਸ ਦੇ ਵਿੱਚ ਗੁਰੂ ਪਾਤਸ਼ਾਹ ਉਸ ਦੇ ਸੰਤ ਮਹਾਂਪੁਰਖ ਦੱਸਦੇ ਨੇ ਕਿ ਇਹ ਦੁਨੀਆ 'ਤੇ ਆਉਣ ਦਾ ਤੇਰਾ ਕਾਰਨ ਕੀ ਹੈ, ਤੂੰ ਨਾਮ ਜਪ ਇਤਿਆਦ, ਇਹ ਸਾਰਾ ਕੁਝ। ਤੇ ਗਰੀਬ ਨਵਾਜ ਕਹਿੰਦੇ ਨੇ ਸਮਝ ਅਚੇਤ ਚੇਤ ਮਨ ਮੇਰੇ, ਇਸ ਚੀਜ਼ ਨੂੰ ਸਮਝ ਲੈ ਅਚੇਤ ਮੇਰੇ ਮਨ, ਤੈਨੂੰ ਵਾਰ-ਵਾਰ ਸੰਤ ਤੋਂ ਭਾਵ ਹੈ ਗੁਰੂ, ਤੈਨੂੰ ਵਾਰ-ਵਾਰ ਅਕਾਲ ਪੁਰਖ ਸਤਿਗੁਰੂ ਇਹ ਬਚਨ ਕਰਦੇ ਪਏ ਨੇ, ਇਹ ਚੀਜ਼ ਸਮਝਾਉਂਦੇ ਪਏ ਨੇ, ਇਸ ਚੀਜ਼ ਨੂੰ ਸਮਝ। ਜਿਵੇਂ ਕਿ ਇੱਕ ਪੁਰਾਣੀ ਕਹਾਣੀ ਹੈ, ਇੱਕ ਲੱਕੜਹਾਰਾ ਜੋ ਕਿ ਇੱਕ ਜੰਗਲ ਦੇ ਵਿੱਚ ਲੱਕੜਾਂ ਕੱਟਣ ਜਾਂਦਾ ਹੈ। ਲੱਕੜਾਂ ਕੱਟਦਾ ਹੈ, ਉਸ ਤੋਂ ਬਾਅਦ ਉਸ ਬਾਲਣ ਨੂੰ ਵੇਚ ਕੇ ਕੁਛ ਕੁ ਪੈਸੇ ਲੈ ਕੇ ਉਸ ਦੇ ਨਾਲ ਹੀ ਇਜ਼ ਸਪੈਂਡਿੰਗ ਹਿਸ ਲਾਈਫ, ਆਪਣੀ ਜ਼ਿੰਦਗੀ ਨੂੰ ਇਸ ਤਰੀਕੇ ਦੇ ਨਾਲ ਬਸਰ ਕਰ ਰਿਹਾ, ਬਿਤਾ ਰਿਹਾ। ਇੱਕ ਦਿਨ ਚੰਗੇ ਭਾਗਾਂ ਦੇ ਨਾਲ ਇੱਕ ਸੰਤ ਮਿਲਦੇ ਨੇ। ਸੰਤਾਂ ਨੇ ਵੇਖਿਆ, ਸੰਤ ਕਹਿਣ ਲੱਗੇ ਤੈਨੂੰ ਥੋੜ੍ਹਾ ਹੋਰ ਅੱਗੇ ਜਾਣਾ ਚਾਹੀਦਾ ਜੰਗਲ ਦੇ ਵਿੱਚ। ਉਹ ਕਹਿਣ ਲੱਗਾ ਠੀਕ ਹੈ। ਅਖੀਰ ਅਗਲੇ ਪਾਸੇ ਜੰਗਲ ਵਿੱਚ ਗਿਆ, ਉੱਥੇ ਜਾ ਕੇ ਗੁਰਮੁਖੋ ਕੀ ਵੇਖਿਆ ਕਿ ਉੱਥੇ ਚੰਦਨ ਦਾ ਬਾਗ ਸੀ, ਹਰੇਕ ਪਾਸੇ ਚੰਦਨ ਹੀ ਚੰਦਨ ਹੈ। ਹੁਣ ਇਸ ਨੂੰ ਇੱਕੋ ਹੀ ਭਾਸ਼ਾ ਆਉਂਦੀ ਸੀ, ਇਹ ਲੱਕੜਾਂ ਨੂੰ ਕੱਟ ਸਕਦਾ ਸੀ, ਵੇਚ ਸਕਦਾ ਸੀ, ਦੂਸਰਾ ਪਤਾ ਹੀ ਨਹੀਂ ਸੀ। ਉਸੇ ਤਰੀਕੇ ਦੇ ਨਾਲ ਲੱਕੜਾਂ ਕੱਟੀਆਂ, ਵੇਚੀਆਂ, ਥੋੜ੍ਹਾ ਹੋਰ ਪੈਸਾ ਆਇਆ, ਆਪਣੇ ਆਪ ਨੂੰ ਧਨਵਾਨ ਬਣਾ ਲਿਆ। ਫਿਰ ਇੱਕ ਦਿਨ ਸੰਤ ਵਾਪਸ ਉਸ ਜਗ੍ਹਾ ਤੋਂ ਜਾ ਰਹੇ ਸੀ, ਦੁਬਾਰਾ ਫਿਰ ਉਪਦੇਸ਼ ਕੀਤਾ, ਤੂੰ ਇੱਥੇ ਹੀ ਆ ਅਜੇ, ਵਾਈ ਆਰ ਯੂ ਸਟਿਲ ਹੇਅਰ, ਯੂ ਸ਼ੁੱਡ ਗੋ, ਤੈਨੂੰ ਅੱਗੇ ਜਾਣਾ ਚਾਹੀਦਾ ਇਸ ਜਗ੍ਹਾ ਦੇ ਉੱਤੋਂ। ਅਖੀਰ ਫਿਰ ਦੁਬਾਰਾ ਸਾਧ ਸੰਗਤ ਜੀ ਇਹ ਜਦੋਂ ਅੱਗੇ ਨੂੰ ਵਧਿਆ ਤੇ ਅੱਗੇ ਜਾ ਕੇ ਕਹਾਣੀ ਕਹਿੰਦੀ ਹੈ ਕਿ ਉਸ ਵਕਤ ਅੱਗੇ ਇਸ ਨੂੰ ਹੋਰ ਸੋਨੇ ਦੀ ਖਾਣ ਮਿਲੀ, ਜਿੱਥੇ ਕਿ ਸੋਨਾ ਹੀ ਸੁੰਨ ਸੀ, ਗੋਲਡ ਹੀ ਗੋਲਡ ਸੀ, ਹੋਰ ਅਮੀਰ ਹੋ ਗਿਆ। ਫਿਰ ਇੱਕ ਵਾਰ ਸੰਤ ਮਿਲੇ, ਫਿਰ ਇਸ ਨੂੰ ਉਪਦੇਸ਼ ਦਿੱਤਾ ਤੇ ਸੰਤ ਕਹਿੰਦੇ ਨੇ ਕੈਸਾ ਮੂਰਖ ਇਨਸਾਨ ਹੈ, ਇੱਕ ਜਗ੍ਹਾ ਉੱਤੇ ਬੈਠ ਜਾਂਦਾ ਹੈ, ਤੈਨੂੰ ਹਰੇਕ ਵਾਰ ਆਪਣਾ ਆਪ ਚੇਂਜ ਕਰਨਾ ਚਾਹੀਦਾ ਹੈ। ਯੂ ਸ਼ੁੱਡ ਚੇਂਜ ਯੋਰ ਸੈਲਫ ਅਗੇਨ ਐਂਡ ਅਗੇਨ, ਯੂ ਸ਼ੁੱਡ ਗੋ, ਅੱਗੇ ਜਾ, ਤੈਨੂੰ ਜਾਣਾ ਚਾਹੀਦਾ ਹੈ। ਤੇ ਸਾਧ ਸੰਗਤ ਹੋਇਆ ਕਿ ਉਸ ਵਕਤ ਅੱਗੇ ਜਾ ਕੇ ਫਿਰ ਹੀਰਿਆਂ ਦੀ ਖਾਨ ਮਿਲ ਗਈ, ਡਾਇਮੰਡ ਹੀ ਡਾਇਮੰਡ ਮਿਲ ਗਏ, ਜਿਸ ਦੇ ਨਾਲ ਕੀ ਹੋਇਆ, ਬਹੁਤ ਅਮੀਰ ਹੋ ਗਿਆ। ਤੇ ਫਿਰ ਇੱਕ ਦਿਨ ਸੰਤ ਦੁਬਾਰਾ ਜਦੋਂ ਮਿਲੇ ਤੇ ਸੰਤਾਂ ਨੇ ਵੇਖਿਆ ਕਿ ਇਹ ਤਾਂ ਦੁਨੀਆ ਦੇ ਸਵਾਦਾਂ 'ਚ ਪੈ ਗਿਆ, ਜੋ ਮੈਂ ਚਾਹੁੰਦਾ ਸੀ ਉਹ ਹੋ ਨਹੀਂ ਸਕਿਆ। ਸੰਤਾਂ ਨੇ ਫਿਰ ਇਸ ਨੂੰ ਕਿਹਾ ਕਿ ਹੋਰ ਅੱਗੇ ਜਾ, ਅੱਗੇ ਜਾਣਾ ਚਾਹੀਦਾ ਹੈ। ਤੇ ਸਾਧ ਸੰਗਤ ਜੀਓ ਇਸ ਦਾ ਜਵਾਬ ਕੀ ਸੀ ਕਿ ਮੈਂ ਅੱਗੇ ਨਹੀਂ ਜਾਣਾ ਚਾਹੁੰਦਾ, ਮੈਂ ਨਹੀਂ ਜਾਣਾ ਚਾਹੁੰਦਾ, ਕਿਉਂਕਿ ਇਹੀ ਇਹਦੇ ਵਾਸਤੇ ਬਹੁਤ ਸੀ। ਇਟ ਇਜ਼ ਇਨਫ ਫॉर ਮੀ, ਮੇਰੇ ਵਾਸਤੇ ਕਾਫੀ ਹੈ। ਪਰ ਸਾਧ ਸੰਗਤ ਇਸ ਨੂੰ ਇਹ ਨਹੀਂ ਸੀ ਪਤਾ। ਹੋਇਆ ਕਿ ਵਾਰ-ਵਾਰ ਉਸੇ ਚੱਕਰਾਂ ਵਿੱਚ ਪੈ ਕੇ ਇੱਕ ਨਾ ਇੱਕ ਦਿਨ ਉਹ ਵੀ ਮਰ ਗਿਆ। ਇਸ ਦੁਨੀਆ ਦੇ ਜੰਮਣ ਮਰਨ ਦੇ ਚੱਕਰ ਨੂੰ ਨਾ ਕੱਟ ਸਕਿਆ। ਗਰੀਬ ਨਵਾਜ ਪਾਤਸ਼ਾਹ ਜੀ ਜੋ ਬਚਨ ਕਰਦੇ ਨੇ, ਸਮਝ ਅਚੇਤ ਚੇਤ ਮਨ ਮੇਰੇ, ਕਥੀ ਸੰਤਨ ਅਕਥ ਕਹਾਣੀ। ਇਹ ਜੋ ਕਹਾਣੀ ਹੈ ਇਹ ਹਰੇਕ ਉਸ ਬੰਦੇ ਦੀ ਹੈ ਜੋ ਅੱਗੇ ਵੱਧਦਾ ਤੇ ਹੈ ਸਿਰਫ ਉੱਥੇ ਤੱਕ ਜੋ ਇਸ ਨੂੰ ਸੂਟ ਕਰੇ, ਜੋ ਇਸ ਨੂੰ ਚੰਗਾ ਲੱਗੇ, ਉਸ ਤੋਂ ਅੱਗੇ ਨਹੀਂ। ਹੈਰਾਨੀ ਦੀ ਗੱਲ, ਆਪ ਜੀ ਸੋਚ ਰਹੇ ਹੋਵੋਗੇ ਕਿ ਉਸ ਤੋਂ ਅੱਗੇ ਕੀ ਸੀ ਜਿੱਥੇ ਸੰਤ ਉਸ ਨੂੰ ਲੈ ਕੇ ਜਾਣਾ ਚਾਹੁੰਦੇ ਸੀ। ਸਾਧ ਸੰਗਤ ਜੀਓ, ਉਸ ਤੋਂ ਅੱਗੇ ਸੀ ਸੰਤ ਦਾ ਆਸ਼ਰਮ, ਜਿੱਥੇ ਜਾ ਕੇ ਦੱਸਿਆ ਜਾਣਾ ਸੀ ਕਿ ਆਪਾਂ ਕਿਵੇਂ ਸਤਿਗੁਰੂ ਨੂੰ ਪਾ ਸਕਦੇ ਹਾਂ, ਆਪਾਂ ਕਿਸ ਤਰੀਕੇ ਦੇ ਨਾਲ ਉਸ ਪਰਮੇਸ਼ਵਰ ਦਾ ਨਾਮ ਜਪ ਸਕਦੇ ਹਾਂ। ਅਖੀਰ ਹੋਇਆ ਕਿ ਉਸ ਦੇ ਬੁਰੇ ਕਰਮ ਉਹ ਉੱਥੇ ਪਹੁੰਚ ਹੀ ਨਾ ਸਕਿਆ, ਬਸ ਵਿਚਾਲੇ ਹੀ ਮਰ ਗਿਆ, ਖਤਮ ਹੋ ਗਿਆ, ਇਸ ਦੁਨੀਆ ਤੋਂ ਜਾਣਾ ਪਿਆ।
ਸਾਧ ਸੰਗਤ ਜੀਓ, ਇਸ ਦੁਨੀਆ ਦੀ ਜੇ ਗੱਲ ਕਰੀਏ ਤੇ ਸਤਿਗੁਰੂ ਪਾਤਸ਼ਾਹ ਜੀ ਬਚਨ ਕਰਦੇ ਹਨ, ਡੱਡਾ ਡੇਰਾ ਇਹੋ ਨਹੀਂ, ਜਹ ਡੇਰਾ ਤੂੰ ਜਾਨ। ਗੁਰੂ ਪਾਤਸ਼ਾਹ ਉਪਦੇਸ਼ ਕਰਦੇ ਨੇ, ਡੱਡਾ ਡੇਰਾ ਇਹੋ ਨਹੀਂ, ਜਹ ਡੇਰਾ ਤੂੰ ਜਾਨ। ਤੂੰ ਸਮਝ ਬੈਠਾ ਹੈ, ਪੱਕਾ ਇੱਥੇ ਰਵੇਂਗਾ, ਕਿ ਇਹ ਜਗ੍ਹਾ ਪੱਕੀ ਤੇਰੇ ਰਹਿਣ ਵਾਲੀ ਹੈ। ਤੂੰ ਤੇ ਇਸ ਜਗ੍ਹਾ ਦੇ ਉੱਤੇ ਸਿਰਫ ਤੇ ਸਿਰਫ ਇੱਕ ਮੁਸਾਫਰ ਹੈ, ਯੂ ਆਰ ਵਿਜ਼ਟਰ। ਸਿਰਫ ਇਸ ਜਗ੍ਹਾ ਦੇ ਉੱਤੇ ਘੁੰਮਣ ਵਾਸਤੇ ਆਇਆ ਹੈ, ਪੱਕਾ ਇੱਥੇ ਰਹਿਣ ਵਾਸਤੇ ਨਹੀਂ ਆਇਆ। ਸੋ ਇਸ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਨੂੰ ਸਮਝਾਉਣਾ ਸ਼ੁਰੂ ਕੀਤਾ, ਆਇਓ ਸੁਣਨ ਪੜ੍ਹਨ ਕਉ ਬਾਣੀ। ਬਾਣੀ ਸੁਣਨ ਪੜ੍ਹਨ ਵਾਸਤੇ ਆਇਆ। ਹੁਣ ਬਾਣੀ ਉਪਦੇਸ਼ ਦੇਵੇਗੀ, ਉਸ ਦੇ ਵਿੱਚੋਂ ਕੁਛ ਐਸੀ ਚੀਜ਼ਾਂ ਮਿਲਣਗੀਆਂ ਜਿੱਥੋਂ ਪਤਾ ਲੱਗੇਗਾ ਕਿ ਨਾਮ ਜਪ, ਜੇ ਨਾਮ ਬਾਣੀ ਨੂੰ ਪੜ੍ਹਿਆ ਨਾ ਹੀ ਸੁਣਿਆ ਤੇ ਫਿਰ ਨਾਮ ਦਾ ਵੀ ਪਤਾ ਨਹੀਂ ਲੱਗਣਾ। ਨਾਮ ਵਿਸਾਰ ਲੱਗਹਿ ਅਨ ਲਾਲਚ, ਬਿਰਥਾ ਜਨਮ ਪਰਾਣੀ। ਗੁਰੂ ਪਾਤਸ਼ਾਹ ਕਹਿੰਦੇ ਨੇ, ਤੇਰੀ ਜ਼ਿੰਦਗੀ ਜਿਹੜੀ ਹੁਣ ਯੂਸਲੈਸ ਹੋ ਚੁੱਕੀ ਹੈ, ਵਿਅਰਥ ਹੈ, ਕਿਉਂਕਿ ਤੂੰ ਨਾਮ ਹੀ ਵਿਸਾਰ ਦਿੱਤਾ ਹੈ। ਪਰ ਹਜੇ ਵੀ ਸਮਝ ਅਚੇਤ ਚੇਤ ਮਨ ਮੇਰੇ, ਕਥੀ ਸੰਤਨ ਅਕਥ ਕਹਾਣੀ। ਹਜੇ ਵੀ ਸਮਝ ਜਾ। ਇੱਥੇ ਫਿਰ ਸਵਾਲ ਪੈਦਾ ਹੁੰਦਾ ਕਿ ਕੀ ਸਮਝਣ ਯੋਗ ਹੈ, ਕੀ ਕਰਾਂ ਮੈਂ? ਤੇ ਗੁਰੂ ਪਾਤਸ਼ਾਹ ਬਚਨ ਕਰਦੇ ਹਨ, ਲਾਭ ਲੈ ਹੋ ਹਰਿ ਹਿਰਦੈ ਅਰਾਧ ਹੋ। ਉਸ ਹਰੀ ਨੂੰ ਆਪਣੇ ਹਿਰਦੇ ਦੇ ਅੰਦਰ ਅਰਾਧ ਧਾਰਨਾ ਕਰ, ਉਸ ਨੂੰ ਆਪਣੇ ਅੰਦਰ ਵਸਾ ਲੈ। ਇਹੀ ਲਾਭ ਹੈ, ਇਹੀ ਸਭ ਤੋਂ ਵਧੀਆ ਸੌਦਾ ਹੈ, ਇਹੀ ਇੱਕ ਵੱਡਾ ਬਿਜ਼ਨਸ ਹੈ, ਇਹੀ ਵਪਾਰ ਹੈ। ਲਾਭ ਲੈ ਹੋ ਹਰਿ ਹਿਰਦੈ ਅਰਾਧ ਹੋ, ਛੁਟਕੈ ਆਵਣ ਜਾਣੀ। ਆਵਣ ਜਾਣੀ ਤੋਂ ਭਾਵ ਹੈ, ਗੁਰੂ ਪਾਤਸ਼ਾਹ ਜੀ ਦਾ ਜਿਵੇਂ ਮਾਰੂ ਰਾਗ ਵਿੱਚ ਇੱਕ ਬਚਨ ਹੈ, ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਜਿਵੇਂ ਕਿ ਕੋਈ ਬੰਦਾ ਆਪਣੇ ਘਰੋਂ ਨਿਕਲਿਆ ਹੋਵੇ, ਦੂਰ ਸਾਰੀ ਉਸ ਕਿਸੇ ਸਫ਼ਰ 'ਤੇ ਜਾਣਾ ਹੋਵੇ, ਸਫ਼ਰ ਦੇ ਉੱਤੇ ਆਇਆ ਏ, ਇਹ ਤਾਂ ਸਹੀ ਗੱਲ ਹੈ, ਪਰ ਉਸ ਨੇ ਵਾਪਸ ਆਪਣੇ ਘਰ ਵੀ ਜਾਣਾ ਹੈ। ਜੇ ਮੰਨ ਲਵੋ ਉਹ ਸਫ਼ਰ ਦੇ ਵਿੱਚ ਹੀ ਰਹਿ ਜਾਵੇ, ਘਰ ਵਾਪਸ ਨਾ ਜਾ ਸਕੇ, ਤਾਂ ਫਿਰ ਉਹ ਕੀ ਫੀਲ ਕਰੇਗਾ? ਉਹ ਇੱਕ ਜਗ੍ਹਾ ਦੇ ਵਿੱਚ ਹੀ ਰਹਿ ਗਿਆ, ਆਪਣੇ ਘਰ ਨਾ ਜਾ ਸਕਿਆ। ਗੁਰੂ ਪਾਤਸ਼ਾਹ ਜੀ ਬਚਨ ਕਰਦੇ ਹਨ ਕਿ ਤੂੰ ਪਰਮੇਸ਼ਵਰ ਦੇ ਚਰਨਾਂ ਦੇ ਵਿੱਚੋਂ ਆਇਆ ਸੀ ਇਸ ਦੁਨੀਆ ਦੇ ਉੱਤੇ ਲਾਭ ਲੈਣ ਵਾਸਤੇ। ਹੁਣ ਉਹ ਲਾਭ ਲੈ, ਇਹੀ ਤੈਨੂੰ ਉਪਦੇਸ਼ ਗੁਰੂ ਵਾਰ-ਵਾਰ ਸਮਝਾ ਰਹੇ ਨੇ। ਲਾਭ ਲੈ ਹੋ ਹਰਿ ਹਿਰਦੈ ਅਰਾਧ ਹੋ। ਉਸ ਅਕਾਲ ਪੁਰਖ ਨੂੰ ਜਦੋਂ ਆਪਣੇ ਹਿਰਦੇ ਦੇ ਵਿੱਚ ਅਰਾਧੇਂਗਾ, ਛੁਟਕੈ ਆਵਣ ਜਾਣੀ। ਇਨ ਦਿਸ ਵੇ ਯੂ ਕੈਨ ਕੱਟ ਯੂਅਰ ਕਮਿੰਗ ਐਂਡ ਗੋਇੰਗ। ਇਸ ਤਰੀਕੇ ਦੇ ਨਾਲ ਤੂੰ ਆਉਣਾ ਔਰ ਜਾਣਾ ਜਿਹੜਾ ਹੈ, ਇਸ ਨੂੰ ਕੱਟ ਕਰ ਸਕਦਾ ਹੈ, ਇਸ ਨੂੰ ਨਾਸ ਕਰ ਸਕਦਾ ਹੈ। ਨਹੀਂ ਤੇ ਸਾਧ ਸੰਗਤ ਜੀ, ਪਤਾ ਨਹੀਂ ਕਿਹੜੀ ਜਗ੍ਹਾ ਹੋਏਗੀ ਜਿੱਥੇ ਫਿਰ ਜੀਵ ਨੇ ਦੁਬਾਰਾ ਜਨਮ ਲੈਣਾ। ਪਤਾ ਨਹੀਂ ਉਹ ਕਿਹੜੀ ਐਸੀ ਪਰਿਸਥਿਤੀ ਦੇ ਵਿੱਚ ਜਾ ਕੇ ਜਨਮ ਲੈ ਲਵੇ, ਕਿਉਂਕਿ ਇਹ ਗੱਲ ਤਾਂ ਪੱਕੀ ਹੈ, ਜੋ ਬੰਦੇ ਦੀ ਥਿੰਕਿੰਗ ਹੋਏਗੀ ਉਸ ਦੇ ਅਕੋਰਡਿੰਗ ਇਸ ਨੂੰ ਅਗਲਾ ਜਨਮ ਮਿਲੇਗਾ। ਇਸ ਦਾ ਵੀ ਪਤਾ ਆਪਾਂ ਨੂੰ ਗੁਰਬਾਣੀ ਦੇ ਵਿੱਚੋਂ ਮਿਲੇਗਾ। ਸਾਧ ਸੰਗਤ ਜੀਓ, ਗੁਰਬਾਣੀ ਜੋ ਹੈ ਇੱਕ ਬਹੁਤ ਹੀ ਵੱਡਾ ਖਜ਼ਾਨਾ ਹੈ। ਜਦੋਂ ਉਸ ਨੂੰ ਪੜ੍ਹੀਏ ਤੇ ਪਤਾ ਲੱਗਦਾ ਹੈ, ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਉੱਥੇ ਦੱਸਦੇ ਹਨ ਬੰਦੇ ਦੇ ਇਸ ਦਿਮਾਗ ਬਾਰੇ, ਇਸ ਸੋਚ ਬਾਰੇ। ਸਤਿਗੁਰੂ ਜੀ ਦਾ ਬਚਨ ਹੈ, ਅੰਤ ਕਾਲ ਜੋ ਲక్ష్ਮੀ ਸਿਮਰਹਿ, ਐਸੀ ਚਿੰਤਾ ਮਹਿਜੇ ਮਰੈ। ਤੇ ਕੀ ਹੋਏਗਾ? ਸਰਪ ਜੋਨ ਵੱਲ ਵੱਲ ਅਵਤਰੈ। ਗਰੀਬ ਨਵਾਜ ਪਾਤਸ਼ਾਹ ਜੀ ਬਚਨ ਕਰ ਰਹੇ ਨੇ ਕਿ ਮੰਨ ਲਵੋ ਇਸ ਦਾ ਅਖੀਰਲਾ ਸਮਾਂ ਆ ਗਿਆ ਹੈ, ਔਰ ਹਰੇਕ ਆਵਾਜ਼ ਦੀ ਤਰ੍ਹਾਂ ਇਹਦੇ ਅੰਦਰ ਇੱਕੋ ਹੀ ਚੀਜ਼ ਚੱਲ ਰਹੀ ਹੈ ਕਿ ਪੈਸਾ ਪੈਸਾ ਪੈਸਾ, ਸਭ ਕੁਛ ਮੇਰਾ ਹੈ, ਮੈਨੂੰ ਹੀ ਚਾਹੀਦਾ ਹੈ।
ਤੇ ਸਤਿਗੁਰੂ ਪਾਤਸ਼ਾਹ ਜੀ ਇੱਥੇ ਬਚਨ ਕਰਦੇ ਨੇ, ਅਖੀਰਲਾ ਪਲ ਆਇਆ, ਉਸ ਵਕਤ ਤੇਰੇ ਅੰਦਰ ਇੱਕੋ ਹੀ ਥਿੰਕਿੰਗ ਚੱਲਦੀ ਪਈ ਸੀ, ਸਿਰਫ ਤੇ ਸਿਰਫ ਪੈਸਾ। ਹੁਣ ਜਦੋਂ ਉਸ ਵਕਤ ਤੇਰੀ ਇਸ ਰੂਹ ਨੂੰ ਸਰੀਰ ਦੇ ਵਿੱਚੋਂ ਬਾਹਰ ਕੱਢਣਾ ਸੀ, ਤੇ ਯਾਦ ਰੱਖਣਾ ਇਹ ਜੋ ਸੋਲਸ, ਇਹ ਰੂਹ ਹੈ, ਇਹ ਕਦੀ ਮਰਦੀ ਨਹੀਂ। ਸੋਲਸ ਨੈਵਰ ਡਾਈ, ਕਦੀ ਨਹੀਂ ਮਰਦੀ। ਪਰ ਦੂਸਰੀ ਗੱਲ, ਜੋ ਇਸ ਦੇ ਅੰਦਰ ਥਿੰਕਿੰਗਸ ਨੇ ਇਹ ਵੀ ਨਹੀਂ ਮਰਦੀਆਂ, ਇਹ ਜੀਵਿਤ ਰਹਿੰਦੀਆਂ ਨੇ। ਔਰ ਉਸ ਵਕਤ ਜੋ ਥਿੰਕਿੰਗ ਹੋਏਗੀ ਉਸ ਦੇ ਅਕੋਰਡਿੰਗ ਇਸ ਨੂੰ ਇੱਕ ਨਵੇਂ ਜਨਮ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਏਗਾ। ਹੁਣ ਅੰਦਰ ਥਿੰਕਿੰਗ ਸੀ ਪੈਸੇ ਦੀ, ਤੇ ਗਰੀਬ ਨਵਾਜ ਪਾਤਸ਼ਾਹ ਜੀ ਉਸੇ ਤਰੀਕੇ ਨਾਲ ਕਹਿੰਦੇ ਨੇ, ਫਿਰ ਸਰਪ ਜੋਨ ਵੱਲ, ਸੱਪ ਦੀ ਜੋਨ ਵੱਲ ਤੁਰ ਪਿਆ। ਸੋ ਖੈਰ, ਮੇਰਾ ਅਰਜ਼ ਕਰਨ ਤੋਂ ਭਾਵ ਹੈ, ਸਤਿਗੁਰੂ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਮਹਾਰਾਜ ਇੱਕ ਬੜੀ ਵੱਡੀ, ਇੱਕ ਐਸੀ ਗੁੱਝੀ ਗੱਲ ਦੱਸ ਰਹੇ ਹਨ, ਜਿਸ ਨੂੰ ਸਮਝਣ ਦੇ ਨਾਲ ਸਾਧ ਸੰਗਤ ਜੀਓ ਅਸੀਂ ਆਪਣਾ ਆਪ ਸੁਧਾਰ ਸਕਦੇ ਹਾਂ। ਜਿਸ ਨੂੰ ਸਮਝ ਕੇ ਇਸ ਦੁਨੀਆ ਉੱਤੇ ਕਿਉਂ ਆਏ ਹਾਂ, ਆਪਾਂ ਉਸ ਕਿਉਂ ਨੂੰ ਕਲੀਅਰ ਕਰ ਸਕਦੇ ਹਾਂ, ਉਸ ਦੇ ਬਾਰੇ ਸਮਝ ਸਕਦੇ ਹਾਂ। ਜਦੋਂ ਤੱਕ ਬੰਦੇ ਨੂੰ ਇਹ ਨਾ ਪਤਾ ਹੋਵੇ ਕਿ ਵੇਅਰ ਇਜ਼ ਮਾਈ ਡੈਸਟੀਨੇਸ਼ਨ, ਮੇਰੀ ਮੰਜ਼ਿਲ ਕਿੱਥੇ ਹੈ, ਸਾਧ ਸੰਗਤ ਜੀ, ਹੀ ਕਾਂਟ ਰੀਚ, ਕਦੀ ਨਹੀਂ ਪਹੁੰਚ ਸਕਦਾ ਉਸ ਜਗ੍ਹਾ ਦੇ ਉੱਤੇ। ਜਿਸ ਦਿਨ ਪਤਾ ਲੱਗ ਗਿਆ ਕਿ ਮੈਂ ਇਸ ਦੁਨੀਆ 'ਤੇ ਕਿਉਂ ਹਾਂ, ਕਿਉਂ ਆਉਣਾ ਪਿਆ, ਕੀ ਪਰਪਸ ਸੀ, ਕਿਹੜਾ ਕੰਮ ਸੀ, ਤੇ ਸਾਧ ਸੰਗਤ ਜੀਓ ਉਹ ਇੱਕ ਬੜੀ ਵੱਡੀ ਪ੍ਰਾਪਤੀ ਹੋਏਗੀ। ਜੋ ਮਨੁੱਖਾ ਦੇ ਹੈ, ਇਹਦਾ ਸਭ ਤੋਂ ਵੱਡਾ ਜੋ ਟਾਸਕ ਹੈ, ਸਭ ਤੋਂ ਵੱਡਾ ਏਮ ਹੈ, ਉਹ ਇਹੀ ਜਾਣਨਾ ਹੈ, ਹੂ ਐਮ ਆਈ, ਮੈਂ ਕੌਣ ਹਾਂ। ਤੇ ਗੁਰੂ ਪਾਤਸ਼ਾਹ ਇਸ ਗੁਰਬਾਣੀ ਦੇ ਰਾਹੀਂ, ਇਸ ਦੇ ਰਾਹੀਂ ਸਮਝਾਉਂਦੇ ਨੇ ਕਿ ਤੂੰ ਹੈ ਕੌਣ ਔਰ ਤੂੰ ਕਰਨ ਕੀ ਆਇਆ ਸੀ। ਤੂੰ ਆਮ ਨਹੀਂ, ਤੂੰ ਸਪੈਸ਼ਲ ਹੈ। ਤੈਨੂੰ ਅਕਾਲ ਪੁਰਖ ਦੇ ਚਰਨਾਂ ਦੇ ਵਿੱਚੋਂ ਭੇਜਿਆ ਗਿਆ ਸੀ ਕਿ ਧਰਤੀ 'ਤੇ ਜਾ ਕੇ ਨਾਮ ਜਪ, ਬੰਦਗੀ ਕਰ, ਗਰੀਬ ਨਵਾਜ ਜੀ ਦੀ ਬਖਸ਼ਿਸ਼। ਸੋ ਖੈਰ, ਸਤਿਗੁਰੂ ਜੀ ਬਚਨ ਕਰ ਰਹੇ ਹਨ, ਲਾਭ ਲੈ ਹੋ ਹਰ ਹਿਰਦੈ ਅਰਾਧ ਹੋ, ਕਿ ਤੂੰ ਉਸ ਵਧੀਆ ਕੰਮ ਨੂੰ ਕਰ, ਹਰੀ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ, ਤੇ ਕੀ ਹੋਏਗਾ, ਛੁਟਕੈ ਆਵਣ ਜਾਣੀ, ਆਉਣਾ ਜਾਣਾ ਜਿਹੜਾ ਤੇਰਾ ਹੈ ਉਹ ਬਿਲਕੁਲ ਖਤਮ ਹੋ ਜਾਏਗਾ। ਫਿਰ ਉਸ ਤੋਂ ਬਾਅਦ ਹੁਣ ਜਦੋਂ ਗੁਰੂ ਪਾਤਸ਼ਾਹ ਨੇ ਇਹ ਚੀਜ਼ ਸਮਝਾ ਦਿੱਤੀ, ਕਿਉਂਕਿ ਸਾਧ ਸੰਗਤ ਜੀਓ ਜਦੋਂ ਬੰਦੇ ਨੂੰ ਸਮਝ ਆ ਜਾਵੇ ਕਿ ਉਸਨੇ ਕੀ ਕਰਨਾ ਹੈ, ਉਸ ਤੋਂ ਬਾਅਦ ਉਸ ਦੀ ਜਰਨੀ ਸ਼ੁਰੂ ਹੁੰਦੀ ਹੈ, ਉਸ ਤੋਂ ਬਾਅਦ ਉਸ ਦਾ ਸਫ਼ਰ ਸ਼ੁਰੂ ਹੋਵੇਗਾ। ਤੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਉਹ ਗੁਰਮੁਖ ਪਿਆਰਾ, ਉਹ ਸਿੱਖ ਬੇਨਤੀ ਕਰਦਾ ਹੈ, ਗਰੀਬ ਨਵਾਜ, ਉਦਮ ਸਕਤ ਸਿਆਣਪ ਤੁਮਰੀ, ਦੇਹ ਤਨਾਮ ਵਖਾਣੀ। ਗਰੀਬ ਨਵਾਜ ਪਾਤਸ਼ਾਹ ਉਦਮ ਕੀ ਹੈ, ਐਫਰਟਸ। ਸ਼ਕਤੀ ਕੀ ਹੈ, ਪਾਵਰ। ਸਿਆਣਪ ਕੀ ਹੈ, ਵਾਇਸਨੈਸ। ਗਰੀਬ ਨਵਾਜ ਪਾਤਸ਼ਾਹ, ਇਹ ਸਾਰਾ ਕੁਝ ਤੇਰਾ ਹੈ ਗਰੀਬ ਨਵਾਜ। ਜੇ ਕਿਤੇ ਤੇਰੀ ਬਖਸ਼ਿਸ਼ ਹੋਵੇ, ਤੂੰ ਉਹ ਵਾਲੇ ਐਫਰਟਸ ਮੈਨੂੰ ਦੇਵੇਂ, ਜੇ ਉਹ ਵਾਲੀ ਪਾਵਰ ਮੈਨੂੰ ਦੇ ਦੇਵੇਂ, ਉਹ ਵਾਲਾ ਵਾਇਸਨੈਸ ਜੇ ਕਿਤੇ ਮੈਨੂੰ ਸਿਆਣਪ ਦੇ ਦੇਵੇਂ, ਤੇ ਇਸ ਤਰੀਕੇ ਦੇ ਨਾਲ ਸਤਿਗੁਰੂ ਪਾਤਸ਼ਾਹ, ਇਨ ਦਿਸ ਵੇ ਆਈ ਕੈਨ ਚਾਂਟ ਯੂਅਰ ਨੇਮ, ਅਦਰਵਾਈਜ਼ ਇਟ ਇਜ਼ ਇੰਪੋਸੀਬਲ। ਗਰੀਬ ਨਵਾਜ ਪਾਤਸ਼ਾਹ, ਜੇ ਕਿਤੇ ਤੁਹਾਡੀ ਬਖਸ਼ਿਸ਼ ਕਿਰਪਾ ਹੋਵੇ, ਇਹ ਸਾਰਾ ਕੁਝ ਤੁਸੀਂ ਦੇ ਦਿਓ। ਪਰ ਜੇ ਦੁਨੀਆ ਵੱਲ ਵੇਖਿਆ ਜਾਵੇ, ਆਪਾਂ ਇੱਕ ਵਿਚਾਰ ਹੋਰ ਕਰ ਲਈਏ, ਜਦੋਂ ਆਪਾਂ ਦੁਨੀਆ ਵਾਲਾ ਪਾਸਾ ਵੇਖੀਏ ਤੇ ਇੱਥੇ ਹੁੰਦਾ ਕੀ ਏ, ਬੰਦਾ ਕੀ ਕਹਿੰਦਾ ਹੈ, ਸਭ ਕੁਝ ਮੇਰੇ ਕਰਕੇ ਹੈ, ਹਰੇਕ ਚੀਜ਼ ਮੇਰੇ ਕਰਕੇ ਹੈ। ਤੇ ਗੁਰੂ ਪਾਤਸ਼ਾਹ ਕਹਿੰਦੇ ਹਨ, ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ। ਜਦੋਂ ਤੱਕ ਤੂੰ ਇਹ ਕਹਿੰਦਾ ਹੈ
ਕਿ ਮੇਰੀ ਹੀ ਮੇਰੀ ਹੈ, ਮੈਂ ਹੀ ਕਰਦਾ ਪਿਆ, ਤੂੰ ਇੱਕ ਵੀ ਕੰਮ ਨਹੀਂ ਕਰ ਸਕਦਾ। ਇੱਥੇ ਤੱਕ ਸਾਧ ਸੰਗਤ ਜੀ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਜਦੋਂ ਤੱਕ ਇਹ ਬੰਦੇ ਦੇ ਅੰਦਰ ਆਉਂਦਾ ਕਿ ਗਰੀਬ ਨਵਾਜ ਪਾਤਸ਼ਾਹ ਮੈਂ ਹੀ ਮੈਂ ਹਾਂ, ਉਦੋਂ ਤੱਕ ਤੂੰ ਨਹੀਂ ਆ ਸਕਦਾ। ਔਰ ਬੜੀ ਹੈਰਾਨੀ ਦੀ ਗੱਲ, ਜਦੋਂ ਤੂੰ ਆ ਜਾਵੇਂ ਉਦੋਂ ਮੈਂ ਨਹੀਂ ਹੋ ਸਕਦਾ। ਥੋੜ੍ਹਾ ਧਿਆਨ ਦੇਣਾ, ਇਹਦਾ ਕੀ ਭਾਵ ਹੈ। ਕਬੀਰ ਸਾਹਿਬ ਇੱਕ ਜਗ੍ਹਾ ਗੁਰਬਾਣੀ ਵਿੱਚ ਬਹੁਤ ਵਧੀਆ ਬੋਲ ਰਹੇ ਹਨ, ਉਪਦੇਸ਼ ਦੇ ਰਹੇ ਹਨ ਕਿ ਹੁਣ ਤੱਕ ਹੋਇਆ ਕੀ ਹੈ, ਬੰਦਾ ਇਹੀ ਬੋਲਿਆ ਗਿਆ ਮੈਂ ਸਭ ਕੁਛ ਮੈਂ ਆ, ਤੇ ਹੁੰਦਾ ਕੀ ਏ, ਜਿੱਥੇ ਮੈਂ ਹੈ ਉੱਥੇ ਤੂੰ ਨਹੀਂ। ਤੂੰ ਦਾ ਮਤਲਬ ਹੈ ਅਕਾਲ ਪੁਰਖ ਸਤਿਗੁਰੂ। ਪਰ ਕਬੀਰ ਸਾਹਿਬ ਨੂੰ ਕਿਸੇ ਨੇ ਵੇਖਿਆ ਕਿ ਕਬੀਰ ਸਾਹਿਬ ਬਦਲ ਗਏ ਨੇ। ਕਬੀਰ ਸਾਹਿਬ ਉਹ ਨਹੀਂ ਰਹੇ ਜੋ ਪਹਿਲੇ ਸੀ। ਪੁੱਛਿਆ ਕਬੀਰ ਜੀ ਇਹ ਕਿਵੇਂ ਹੋਇਆ, ਤੁਸੀਂ ਇੰਨੇ ਚੇਂਜ ਕਿਵੇਂ ਹੋ ਗਏ ਹੋ? ਕਬੀਰ ਸਾਹਿਬ ਕਹਿੰਦੇ ਨੇ ਕਿ ਮੈਂ ਇੱਕ ਚੀਜ਼ ਕੀਤੀ, ਮੈਂ ਇੱਕ ਕੰਮ ਕੀਤਾ ਜਿਸ ਨੇ ਮੈਨੂੰ ਟੋਟਲੀ ਚੇਂਜ ਕਰ ਦਿੱਤਾ, ਮੈਨੂੰ ਬਦਲ ਕੇ ਰੱਖ ਦਿੱਤਾ। ਤੈਨੂੰ ਵੀ ਇਹ ਕਰਨਾ ਚਾਹੀਦਾ ਹੈ। ਤੇ ਗੁਰਬਾਣੀ ਦੇ ਵਿੱਚ ਬੜਾ ਵਧੀਆ ਉਹਨਾਂ ਨੇ ਸ਼ਬਦ ਅੰਕਿਤ ਕੀਤਾ ਹੈ, ਕਬੀਰ ਤੂੰ ਕਰਤਾ ਤੂੰ ਹੁਆ, मुझ में रहा ना हूँ, जब आपा पर का मिट गया, जत देखो तत तू। ਕਬੀਰ ਸਾਹਿਬ ਬਹੁਤ ਵਧੀਆ ਕਹਿ ਰਹੇ ਹਨ ਕਿ ਮੈਂ ਇੱਕੋ ਹੀ ਕੰਮ ਕੀਤਾ, ਮੈਂ ਆਪਣੇ ਆਪ ਨੂੰ ਛੱਡ ਕੇ ਤੂੰ 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 ਕਰਨਾ ਸ਼ੁਰੂ ਕਰ ਦਿੱਤਾ। ਉਸ ਤੂੰ ਨੇ ਮੈਨੂੰ ਇਸ ਤਰੀਕੇ ਦਾ ਬਣਾ ਦਿੱਤਾ। ਤੂੰ ਦਾ ਮਤਲਬ ਕੀ ਹੈ? ਤੂੰ ਦਾ ਮਤਲਬ ਯੂ ਮੀਨਸ ਗੋਡ। ਜਦੋਂ ਅੰਦਰੋਂ ਇੱਕੋ ਹੀ ਚੀਜ਼ ਨਿਕਲਦੀ ਗਈ ਕਿ ਹੇ ਪਰਮੇਸ਼ਵਰ ਤੂੰ ਹੀ ਤੂੰ, ਤੂੰ ਹੀ ਤੂੰ, ਤੇ ਉਸ ਪਰਮੇਸ਼ਵਰ ਨੇ ਕਿਰਪਾ ਕੀਤੀ, ਮੈਂ ਨਾ ਰਿਹਾ, ਮੈਂ ਗੋਡ ਬਣ ਗਿਆ, ਮੈਂ ਸਤਿਗੁਰੂ ਦੇ ਰੂਪ ਵਰਗਾ ਹੀ ਬਣ ਗਿਆ। ਤੇ ਕਬੀਰ ਸਾਹਿਬ ਗੁਰਬਾਣੀ ਵਿੱਚ ਇੱਕ ਜਗ੍ਹਾ ਕਹਿੰਦੇ ਹਨ, ਰਾਮ ਕਬੀਰ ਹੈ ਭੇਦ ਨਾ ਪਾਈ। ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਰਾਮ ਔਰ ਕਬੀਰ ਉਹ ਦੋਵੇਂ ਇਕੁਅਲ ਹੋ ਗਏ ਨੇ, ਉਹਨਾਂ ਵਿੱਚ ਕੋਈ ਫਰਕ ਨਹੀਂ। ਹੁਣ ਸਾਧ ਸੰਗਤ ਜੀ ਗੱਲ ਕੀ, ਇਹ ਸਾਰਾ ਕੁਝ ਆਪਾਂ ਨੂੰ ਉਸ ਬਾਣੀ ਦੇ ਵਿੱਚੋਂ, ਗੁਰਬਾਣੀ ਵਿੱਚੋਂ ਪਤਾ ਲੱਗਦਾ ਹੈ। ਸੋ ਅਰਜ਼ ਕਰ ਰਿਹਾ ਸੀ ਆਪ ਜੀ ਦੇ ਚਰਨਾਂ ਵਿੱਚ, ਉਦਮ ਸਖਤ ਸਿਆਣਪ ਤੁਮਰੀ ਦੇਹ ਤਾ ਨਾਮ ਵਖਾਣੀ। ਇਹ ਅਕਾਲ ਪੁਰਖ ਪਾਤਸ਼ਾਹ, ਜੇ ਕਿਤੇ ਤੁਸੀਂ ਬਖਸ਼ਿਸ਼ ਕਿਰਪਾ ਕਰੋ, ਉਹ ਵਾਲੇ ਐਫਰਟਸ, ਉਹ ਵਾਲੀ ਪਾਵਰ, ਵਾਇਸਨੈਸ, ਇਹ ਸਾਰਾ ਕੁਝ ਜੇ ਕਿਤੇ ਮੈਨੂੰ ਦੇ ਦੇਵੋ ਤਾਂ ਹੀ ਮੈਂ ਆਪ ਜੀ ਦਾ ਨਾਮ ਜਪ ਸਕਦਾ, ਨਹੀਂ ਤੇ ਇਹ ਬਹੁਤ ਮੁਸ਼ਕਿਲ ਹੈ। ਔਰ ਸਾਧ ਸੰਗਤ ਜੀਓ, ਅੱਜ ਦੇ ਸਮੇਂ ਵਿੱਚ ਜਿੱਥੇ ਆ ਕੇ ਬੰਦੇ ਨੂੰ ਨਿੰਦਿਆ, ਜਿੱਥੇ ਆ ਕੇ ਬੰਦੇ ਨੂੰ ਬੁਰੇ ਕਰਮ ਬੜੇ ਚੰਗੇ ਲੱਗਦੇ ਨੇ, ਇੱਥੇ ਆ ਕੇ ਨਾਮ ਜਿਹੜਾ ਹੈ ਉਹ ਬੰਦੇ ਨੂੰ ਬਿਲਕੁਲ ਟੇਸਟਲੈਸ ਫੀਲ ਹੁੰਦਾ ਹੈ। ਔਰ ਬੁਰੇ ਕਰਮ ਜਿਹੜੇ ਨੇ ਉਹਦੇ ਵਿੱਚੋਂ ਬਹੁਤ ਵਧੀਆ ਸਵਾਦ ਆਉਂਦਾ ਹੈ, ਬਹੁਤ ਟੇਸਟ ਆਉਂਦਾ ਹੈ। ਪਰ ਸਤਿਗੁਰੂ ਕਿਰਪਾ ਕਰਨ, ਅੱਜ ਦੇ ਸੋਹਣੇ ਸਮੇਂ ਦੇ ਵਿੱਚ ਮੈਂ ਸੋਹਣਾ ਸ਼ਬਦ ਤਾਂ ਵਰਤਿਆ ਹੈ ਕਿ ਸਾਡੇ ਕੋਲ ਪੂਰਾ ਸਤਿਗੁਰੂ ਹੈ ਜੋ ਸਾਨੂੰ ਉਪਦੇਸ਼ ਕਰਦੇ ਨੇ, ਜਿਸ ਦੇ ਕੋਲ ਅਸੀਂ ਅਰਜ਼ ਕਰਕੇ ਆਪਣਾ ਦੁੱਖ ਰੋ ਸਕਦੇ ਹਾਂ। ਅਸੀਂ ਅਰਜ਼ ਕਰਕੇ ਕਹਿ ਸਕਦੇ ਹਾਂ, ਸਤਿਗੁਰੂ ਮੇਰੇ ਤੋਂ ਨਾਮ ਨਹੀਂ ਜਪਿਆ ਜਾਂਦਾ, ਮੇਰੇ ਤੋਂ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ, ਮੇਰੇ ਤੇ ਕਿਰਪਾ ਕਰ, ਮੇਰੇ ਕੋਲੋਂ ਬਾਣੀ ਨਹੀਂ ਪੜ੍ਹੀ ਜਾਂਦੀ। ਸਾਧ ਸੰਗਤ ਜੀ, ਅਸੀਂ ਉਸ ਦੇ ਕੋਲ ਅਰਜ਼ ਕਰ ਸਕਦੇ ਹਾਂ ਔਰ ਉਹ ਸਤਿਗੁਰੂ ਜੀ ਸਾਨੂੰ ਉਸ ਦੇ ਬਦਲੇ ਦੇ ਵਿੱਚ ਉਪਦੇਸ਼ ਦਿੰਦੇ ਨੇ, ਸਾਨੂੰ ਸਮਝਾਉਂਦੇ ਨੇ ਕਿ ਤੂੰ ਕੀ ਕਰ ਸੋ ਅਰਜ਼ ਕਰਾਂ। ਇਹੀ ਕੁਛ ਗੁਰੂ ਅਰਜਨ ਦੇਵ ਪਾਤਸ਼ਾਹ ਸਮਝਾ ਰਹੇ ਨੇ ਕਿ ਉਹ ਜੀਵ ਮੰਗਦਾ ਪਿਆ, ਜਿਸ ਨੂੰ ਗੁਰੂ ਜੀ ਨੇ ਹੁਣ ਸਮਝਾ ਦਿੱਤਾ ਹੈ ਕਿ ਤੂੰ ਇਸ ਦੁਨੀਆ ਉੱਤੇ ਕਿਉਂ ਆਇਆ ਹੈ, ਕੀ ਕਾਰਨ ਸੀ ਆਉਣ ਦਾ। ਤੇ ਉਸ ਨੇ ਫਿਰ ਮੰਗਿਆ ਕਿ ਸਤਿਗੁਰੂ ਮੈਂ ਸਮਝ ਗਿਆ ਕਿ ਮੈਂ ਇੱਥੇ ਕਿਉਂ ਹਾਂ, ਹੁਣ ਕਿਰਪਾ ਕਰ ਮੈਨੂੰ ਇਹ ਸਮਝ ਦੇ,
ਮੈਨੂੰ ਇਹ ਸੋਝੀ ਦੇ ਕਿ ਮੈਂ ਤੇਰਾ ਨਾਮ ਜਪਾਂ, ਤਾਂ ਕਿ ਅਖੀਰਲੇ ਸਮੇਂ ਦੇ ਵਿੱਚ ਬਖਸ਼ਿਸ਼ ਕਿਰਪਾ ਹੋਵੇ ਜਦੋਂ ਮੈਂ ਇਸ ਦੁਨੀਆ ਦੇ ਵਿੱਚੋਂ ਜਾਵਾਂ, ਕਿਉਂਕਿ ਜਾਣਾ ਸਭ ਨੂੰ ਪੈਣਾ। ਹਰੇਕ ਬੰਦਾ ਜਿਹੜਾ ਇੱਥੇ ਆ ਗਿਆ ਉਹ ਪੱਕਾ ਨਹੀਂ ਰਹੇਗਾ, ਉਹ ਇੱਥੇ ਸਿਰਫ ਆਇਆ ਹੈ ਘੁੰਮਣ ਵਾਸਤੇ, ਕੁਛ ਕੁ ਦਿਨ ਇਸ ਦੁਨੀਆ ਦੇ ਰੰਗ ਤਮਾਸ਼ੇ ਵੇਖਣ ਵਾਸਤੇ ਜਾਂ ਨਾਮ ਜਪਣ ਵਾਸਤੇ। ਦੋ ਹੀ ਤਰੀਕੇ ਨੇ ਇਸ ਦੁਨੀਆ ਦੇ ਗੁਰਮੁਖੋ, ਜੇ ਤੇ ਉਹ ਨਾਮ ਜਪਣ ਵਾਲੇ ਪਾਸੇ ਤੁਰ ਪਿਆ, ਗੁਰੂ ਕੇ ਉਪਦੇਸ਼ ਨੂੰ ਜੇ ਮੰਨਣ ਲੱਗ ਪਿਆ, ਤੇ ਫਿਰ ਇਸ ਤਰੀਕੇ ਦੇ ਨਾਲ ਉਹ ਆਪਣਾ ਆਣਾ ਜਾਣਾ ਖਤਮ ਕਰ ਦੇਵੇਗਾ। ਤੇ ਜੇ ਉਹ ਬੰਦਾ ਦੁਨੀਆ ਦੇ ਰੰਗ ਤਮਾਸ਼ਿਆਂ ਵਿੱਚ ਗਵਾਚ ਗਿਆ, ਤੇ ਸਾਧ ਸੰਗਤ ਜੀ ਉਸ ਨੂੰ ਵਾਰ-ਵਾਰ ਇਸ ਦੁਨੀਆ ਦੇ ਉੱਤੇ ਜਨਮ ਲੈਣਾ ਪਵੇਗਾ। ਪਤਾ ਨਹੀਂ ਕਿਹੜੀ ਹਾਲਤ, ਪਤਾ ਨਹੀਂ ਕਿਸ ਜਗ੍ਹਾ ਦੇ ਉੱਤੇ, ਪਰ ਅਖੀਰ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਹਨ, ਉਹ ਸਮਾਂ ਹੋਵੇ ਜਦੋਂ ਤੂੰ ਇਸ ਦੁਨੀਆ ਤੋਂ ਜਾਵੇਂ ਤੇ ਉਸ ਦਰਗਾਹ ਦੇ ਵਿੱਚ ਪਹੁੰਚੇ। ਆਓ ਬੈਠ ਆਦਰ ਸੁਭ ਦੇਊ, ਸੁਭ ਮਤਲਬ ਉਹ ਲੋਕ ਚੰਗਾ ਆਦਰ ਕਰਨ, ਰਿਸਪੈਕਟ ਕਰਨ ਤੇਰੀ, ਕਿ ਤੂੰ ਇਸ ਜਗ੍ਹਾ ਦੇ ਉੱਤੇ ਆਇਆ, ਬਹੁਤ ਵਧੀਆ, ਧੰਨਵਾਦ ਤੇਰਾ, ਤੂੰ ਇਸ ਜਗ੍ਹਾ ਉੱਤੇ ਆ ਕੇ ਇਸ ਜਗ੍ਹਾ ਨੂੰ ਬਹੁਤ ਸੋਹਣਾ ਬਣਾ ਦਿੱਤਾ। ਪਰ ਯਾਦ ਰੱਖਿਓ, ਜੇ ਨਾਮ ਜਪਿਆ ਹੋਏਗਾ ਸਾਧ ਸੰਗਤ ਜੀ, ਤੇ ਕੀ ਹੋਏਗਾ ਇਸ ਦੁਨੀਆ ਵਿੱਚ ਵੀ, ਉਸ ਦੁਨੀਆ ਵਿੱਚ ਵੀ ਜਿੱਥੇ ਕਿ ਬੰਦਾ ਅਖੀਰਲੇ ਪਲਾਂ ਵਿੱਚ ਇਸ ਸਰੀਰ ਨੂੰ ਛੱਡ ਕੇ ਇਹ ਰੂਹ ਜਾਂਦੀ ਹੈ, ਜਿਸ ਦੀ ਬਾਬਤ ਗੁਰਬਾਣੀ ਪੜ੍ਹੋ, ਸੁਖਮਨੀ ਸਾਹਿਬ ਪੜ੍ਹੋ, ਬਹੁਤ ਸਾਰੇ ਪ੍ਰਮਾਣ ਨੇ ਗੁਰਬਾਣੀ 'ਚ, ਕਿਤੇ ਵੀ ਪੜ੍ਹ ਲਵੋ ਗੁਰੂ ਪਾਤਸ਼ਾਹ ਨੇ ਬਹੁਤ ਸਾਰੇ ਪ੍ਰਮਾਣ ਦਿੱਤੇ ਹਨ ਇਸ ਦੀ ਬਾਬਤ। ਜਿਵੇਂ ਕਿ ਸੋਰਠ ਰਾਗ ਨੂੰ ਪੜ੍ਹੀਏ ਤੇ ਗੁਰੂ ਨਾਨਕ ਸਾਹਿਬ ਬਚਨ ਕਰਦੇ ਹਨ, ਕਿਸੇ ਦੇ ਮਨ ਵਿੱਚ ਆ ਗਿਆ ਸ਼ਾਇਦ ਮੈਂ ਮਰਾਂਗਾ ਨਹੀਂ, ਪੱਕਾ ਰਵਾਂਗਾ। ਹੋ ਸਕਦਾ ਹੈ ਕਿਸੇ ਦੇ ਮਨ ਵਿੱਚ ਆ ਵੀ ਜਾਏ, ਆਈ ਐਮ ਡੈਥਲੈਸ, ਮੈਨੂੰ ਕਿਹੜਾ ਮੌਤ ਆਉਣੀ ਹੈ। ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਸਭਨਾ ਮਰਨਾ ਆਇਆ। ਯਾਦ ਰੱਖ, ਮੌਤ ਸਾਰਿਆਂ ਨੂੰ ਆਏਗੀ, ਸਾਰਿਆਂ ਨੂੰ ਘੇਰ ਕੇ ਇੱਕ ਨਾ ਇੱਕ ਦਿਨ ਇਸ ਨੇ ਆਪਣੇ ਸ਼ਿਕੰਜੇ ਵਿੱਚ ਕੱਸ ਕੇ ਲੈ ਜਾਣਾ ਹੈ। ਸਭਨਾ ਮਰਨਾ ਆਇਆ, ਵਿਛੋੜਾ ਸਭਨਾਹ। ਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਜੋ ਵਿਛੋੜਾ ਹੈ ਸਾਰਿਆਂ ਨੂੰ ਪਏਗਾ। ਪੁੱਛੋ ਜਾਏ ਸਿਆਣਿਆਂ, ਆਗਿਆ ਮਿਲਣ ਕਿਨਾਹ। ਕਿਸੇ ਸਿਆਣੇ ਨੂੰ ਪੁੱਛ। ਹੁਣ ਇੱਥੇ ਜਦੋਂ ਸਿਆਣੇ ਦੀ ਗੱਲ ਆਵੇ, ਸਿਆਣੇ ਦਾ ਭਾਵ ਕੀ ਹੈ? ਹੂ ਇਜ਼ ਵਾਈਸ ਪਰਸਨ। ਗੁਰੂ ਪਾਤਸ਼ਾਹ ਜੀ ਗੁਰਬਾਣੀ ਵਿੱਚ ਉਸ ਦੇ ਬਾਬਤ ਲਿਖਦੇ ਹਨ, ਉਹ ਸਿਆਣਾ ਕੌਣ ਹੈ? ਪੰਚ ਪਰਵਾਨ, ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ। ਪੰਚ ਕੌਣ ਹਨ ਸਾਧ ਸੰਗਤ ਜੀ? ਜਿਹੜੇ ਕਿ ਉਸ ਸਤਿਗੁਰੂ ਪਾਤਸ਼ਾਹ ਦੇ ਉਪਦੇਸ਼ ਨੂੰ ਮੰਨਦੇ ਨੇ, ਜਿਹੜੇ ਉਸ ਗੁਰੂ ਪਾਤਸ਼ਾਹ ਨੂੰ ਆਪਣਾ ਸਤਿਗੁਰੂ ਸਮਝਦੇ ਨੇ, ਜੋ ਇਹ ਜਾਣਦੇ ਨੇ ਕਿ ਜੋ ਕੁਝ ਹੈ ਸਤਿਗੁਰੂ ਹੀ ਹੈ, ਗੁਰੂ ਤੋਂ ਬਿਨਾਂ ਉਹ ਦੂਜੇ ਵੱਲ ਨਹੀਂ ਵੇਖਦੇ। ਜਿਹੜੇ ਸਤਿਗੁਰੂ ਨੂੰ ਪਿਆਰ ਕਰਦੇ ਨੇ ਉਹ ਨੇ ਸਿਆਣੇ। ਗੁਰੂ ਪਾਤਸ਼ਾਹ ਜੀ ਦਾ ਬਚਨ ਹੈ, ਗੁਰੂ ਨਾਨਕ ਸਾਹਿਬ ਦਾ, ਉਹ ਕਿਸੇ ਐਸੇ ਗੁਰਮੁਖ ਨੂੰ ਪੁੱਛ ਕਿ ਜਦੋਂ ਤੂੰ ਇਸ ਦੁਨੀਆ ਤੋਂ ਜਾਏਂਗਾ ਅੱਗੇ ਜਾ ਕੇ ਕਿਹਨੂੰ ਮਿਲੇਂਗਾ। ਸੋ ਅਰਜ਼ ਕਰਾਂ, ਇਹਦੇ ਅੱਗੇ ਆ ਕੇ ਵੀ ਗੁਰੂ ਪਾਤਸ਼ਾਹ ਦਾ ਉਪਦੇਸ਼ ਹੈ, ਜਿਨੀ ਮੇਰਾ ਸਾਹਿਬ ਵਿਸਰੈ ਵੱਡੜੀ ਵੇਦਨ ਤਿਨਾਹ। ਜੋ ਉਸ ਪਰਮੇਸ਼ਵਰ ਨੂੰ ਭੁੱਲ ਗਏ ਨੇ, who have forgotten the true God, ਜਿਸ ਨੇ ਉਸ ਸੱਚੇ ਸਤਿਗੁਰੂ ਨੂੰ ਭੁੱਲ ਗਿਆ ਜੋ, ਤੇ ਕੀ ਹੋਏਗਾ ਉਹਨਾਂ ਨੂੰ? ਬੜੀ ਵੱਡੀ ਵੇਦਨ। ਵੇਦਨ ਕੀ ਹੈ? ਦਰਦ, ਪੇਨ। they have lot of pain। ਇੰਨੀ ਦਰਦ ਹੈ ਗੁਰਮੁਖੋ, ਔਰ ਉਹ ਦਰਦ ਇਸ ਤਰੀਕੇ ਦੀ ਹੈ ਕਿ ਉਸ ਦਰਦ ਨੂੰ ਉਹ ਦੱਸ ਨਹੀਂ ਸਕਦਾ। he can't told anyone। ਕਿਸੇ ਨੂੰ ਦੱਸ ਨਹੀਂ ਸਕਦਾ, ਕਿਸੇ ਨੂੰ ਸਮਝਾ ਨਹੀਂ ਸਕਦਾ। ਉਸ ਦਰਦ ਦਾ ਕੋਈ ਇਲਾਜ ਨਹੀਂ, ਅਨਕਿਉਰੇਬਲ। ਪਰ ਗੁਰਮੁਖੋ, ਜੇ ਨਾਮ ਜਪਿਆ ਹੋਏਗਾ, ਗੁਰਮੁਖ ਪਾਤਸ਼ਾਹ ਸਤਿਗੁਰੂ ਪਾਤਸ਼ਾਹ ਕਿਰਪਾ ਕਰਕੇ ਕਹਿੰਦੇ ਨੇ, ਇਹ ਗੁਰਮੁਖਾ, ਜਦੋਂ ਤੂੰ ਨਾਮ ਜਪੇਂਗਾ, ਤੇ ਨਾਮ ਜਪਣ ਦਾ ਪਤਾ ਤੈਨੂੰ ਉਦੋਂ ਲੱਗਣਾ ਹੈ ਜਦੋਂ ਤੂੰ ਗੁਰਬਾਣੀ ਨੂੰ ਪੜ੍ਹੇਂਗਾ। ਔਰ ਸਾਧ ਸੰਗਤ ਜੀਓ, ਆਪਾਂ ਸਾਰਿਆਂ ਨੂੰ ਚਾਹੀਦਾ ਹੈ ਕਿ ਗੁਰਬਾਣੀ ਪੜ੍ਹੀਏ, ਗੁਰਬਾਣੀ ਨੂੰ ਸਮਝੀਏ, ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਬੜਾ
ਉਸ ਦੇ ਵਿੱਚ ਖਜ਼ਾਨਾ ਸਮੋ ਦਿੱਤਾ ਹੈ। ਉਸ ਦੇ ਵਿੱਚ ਇੱਕ ਬੜੀ ਵੱਡੀ ਸੰਪत्ति ਹੈ, ਬਹੁਤ ਸਾਰੀ ਨੌਲੇਜ ਹੈ ਉਸ ਦੇ ਵਿੱਚ। ਇੱਕ ਇੱਕ ਤੁਕ ਨੂੰ ਜੇ ਪੜ੍ਹ ਕੇ ਮਨ ਦੇ ਉੱਤੇ ਵਸਾਇਆ ਜਾਵੇ ਤੇ ਗੁਰੂ ਪਾਤਸ਼ਾਹ ਬਖਸ਼ਿਸ਼ ਕਿਰਪਾ ਕਰਨ, ਅਸੀਂ ਆਪਣੀ ਲਾਈਫ ਨੂੰ ਚੇਂਜ ਕਰ ਸਕਦੇ ਹਾਂ। ਵੀ ਕੈਨ ਚੇਂਜ ਆਵਰ ਲਾਈਫ। ਗਰੀਬ ਨਵਾਜ ਪਾਤਸ਼ਾਹ ਹੁਣ ਇਸ ਲਾਸਟ ਤੁਕ ਦੇ ਵਿੱਚ ਬੜਾ ਵਧੀਆ ਬਚਨ ਕਰਦੇ ਹੋਏ ਕਹਿ ਰਹੇ ਨੇ, ਸੇਈ ਭਗਤ ਭਗਤ ਸੇ ਲਾਗੇ, ਨਾਨਕ ਜੋ ਪ੍ਰਭ ਪਾਣੀ। ਸੇਈ ਭਗਤ। ਹੁਣ ਭਗਤ ਆਪਣੇ ਆਪ ਨੂੰ ਕਹਿਣਾ ਬੜਾ ਸੌਖਾ ਹੈ। ਮੈਂ ਵੀ ਕਹਿ ਸਕਦਾ ਕਿ ਮੈਂ ਭਗਤ ਹਾਂ, ਪਰ ਸਾਧ ਸੰਗਤ ਜੀ, ਭਗਤ ਦਾ ਮਤਲਬ ਕੀ ਹੈ? ਭੱਬੇ ਤੇ ਭੈ, ਜਿਹਦੇ ਅੰਦਰ ਗੁਰੂ ਦਾ ਭੈ ਹੋਵੇ। ਗੱਗੇ ਤੇ ਉਸ ਨੂੰ ਗਿਆਨ ਮਿਲ ਜਾਵੇ ਕਿ ਸਾਰਾ ਕੁਝ ਜਿੰਨਾ ਵੀ ਨਜ਼ਰ ਹੀ ਆ ਰਿਹਾ ਹੈ ਨਾ, ਸਾਰਾ ਕੁਝ, ਐਵਰੀਥਿੰਗ ਇਜ਼ ਇਲੂਜ਼ਨ, ਸਾਰਾ ਕੁਝ ਭਰਮ ਹੈ, ਇੱਕ ਨਾ ਇੱਕ ਦਿਨ ਸਾਰਾ ਨਸ਼ਟ ਹੋ ਜਾਣਾ ਹੈ। ਔਰ ਤੱਤੇ ਦਾ ਮਤਲਬ ਹੈ ਤਿਆਗ, ਜਿਸ ਦੇ ਅੰਦਰ ਗੁਰੂ ਦਾ ਭੈ, ਫਿਰ ਉਸ ਤੋਂ ਬਾਅਦ ਅਸਲ ਗਿਆਨ, ਫਿਰ ਤਿਆਗ ਆ ਗਿਆ, ਉਹੀ ਭਗਤ ਹੈ। ਤੇ ਗੁਰੂ ਪਾਤਸ਼ਾਹ ਕਹਿੰਦੇ ਹਨ, ਸੇਈ ਭਗਤ, ਉਹੀ ਭਗਤ ਹੈ। ਭਗਤੀ ਸੇ ਲਾਗੇ, ਜਿਹੜੇ ਉਸ ਪਰਮੇਸ਼ਵਰ ਦੀ ਭਗਤੀ ਵਿੱਚ ਲੱਗੇ ਨੇ, ਜੋ ਉਸ ਪਰਮੇਸ਼ਵਰ ਦਾ ਨਾਮ ਜਪਦੇ ਨੇ। ਗੁਰੂ ਕੀ ਭਗਤੀ ਕੀ ਹੈ? ਜੋ ਗੁਰ ਕਹੈ ਸੋਈ ਭਲ ਮਾਨੋ, ਮਨ ਕੀ ਮਤ ਤਿਆਗ। ਜੋ ਆਪਣਾ ਮਾਈਂਡ ਆਪਾਂ ਨੂੰ ਵਾਰ-ਵਾਰ ਕਹਿ ਰਿਹਾ ਹੈ ਨਾ, ਇਸ ਨੂੰ ਛੱਡ ਦੇਣਾ ਔਰ ਗੁਰੂ ਨੂੰ ਹੀ ਫੋਲੋ ਕਰਨਾ। ਵੀ ਸ਼ੁੱਡ ਫੋਲੋ ਥੀਸ ਇਨਸਟਰਕਸ਼ਨਸ। ਉਹ ਵਾਲੀਆਂ ਗੁਰੂ ਪਾਤਸ਼ਾਹ ਜੀ ਦੀਆਂ ਹਦਾਇਤਾਂ, ਉਹ ਵਾਲੇ ਬਚਨ ਜਿਹੜੇ ਗੁਰੂ ਜੀ ਨੇ ਸਾਡੇ ਵਾਸਤੇ ਕਹੇ ਨੇ। ਗੁਰਮਖੋ, ਉਹਦੇ ਨਾਲ ਕੀ ਹੋਏਗਾ? ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਨੇ, ਸੇਈ ਭਗਤ। ਸੇਈ ਮਤਲਬ ਗੁਰੂ ਪਾਤਸ਼ਾਹ ਜੀ ਇਸ਼ਾਰਾ ਕਰਦੇ ਨੇ, ਸੇਈ ਮਤਲਬ ਇਸ਼ਾਰਾ ਕੀਤਾ। ਭਗਤੀ ਜੋ ਲਾਗੇ, ਜਿਹੜੇ ਭਗਤੀ ਦੇ ਵਿੱਚ ਲੱਗੇ ਨੇ, ਮਤਲਬ ਜੇ ਗੁਰੂ ਨੇ ਕਹਿ ਦਿੱਤਾ ਨਾ ਬਾਣੀ ਪੜ੍ਹਨੀ ਹੈ, ਤੇ ਸਾਧ ਸੰਗਤ ਇਹੀ ਭਗਤੀ ਹੈ, ਇਹੀ ਧਰਮ ਹੈ, ਇਹੀ ਸਭ ਕੁਛ ਹੈ। ਜੋ ਸਾਨੂੰ ਸਤਿਗੁਰੂ ਕਹਿ ਦੇਣ, ਉਹੀ ਸਾਡੇ ਵਾਸਤੇ ਭਗਤੀ ਹੈ, ਉਹੀ ਸਾਡੇ ਵਾਸਤੇ ਧਰਮ ਹੈ। ਔਰ ਜੋ ਬੰਦਾ ਉਸ ਨੂੰ ਫੋਲੋ ਕਰਦਾ ਹੈ, ਸਤਿਗੁਰੂ ਪਾਤਸ਼ਾਹ ਜੀ ਬਚਨ ਕਰਦੇ ਹਨ ਕਿ ਉਹੀ ਬੰਦੇ, ਦੇ ਆਰ ਰੀਅਲ ਡਿਵੋਟੀ, ਉਹੀ ਰੀਅਲ ਭਗਤ ਹਨ ਜੋ ਸਤਿਗੁਰੂ ਦੇ ਇਸ ਬਚਨ ਨੂੰ ਮੰਨਦੇ ਹਨ। ਸੇਈ ਭਗਤ ਭਗਤਿ ਸੇ ਲਾਗੇ, ਨਾਨਕ ਜੋ ਪ੍ਰਭ ਭਾਣੀ। ਫਿਰ ਕੀ ਹੋਏਗਾ? ਉਹ ਜਿਹੜੇ ਗੁਰੂ ਨੂੰ ਭਾਉਂਦੇ ਨੇ, ਗੁਰੂ ਨੂੰ ਚੰਗੇ ਲੱਗਦੇ ਨੇ, ਕਿਉਂਕਿ ਇਹ ਤਾਂ ਸੁਣਿਆ। ਸਪੋਜ਼ ਕਰੋ ਕਿ ਸਾਹਮਣੇ ਵਾਲਾ ਕੋਈ ਪਰਸਨ ਹੈ, ਕੋਈ ਬੰਦਾ ਹੈ, ਮੈਂ ਇਹਨੂੰ ਕਹਿ ਸਕਦਾ ਕਿ ਮੈਂ ਤੈਨੂੰ ਬਹੁਤ ਪ੍ਰੇਮ ਕਰਦਾ, ਤੈਨੂੰ ਚੰਗਾ ਸਮਝਦਾ, ਪਰ ਯਾਦ ਰੱਖਣਾ, ਇਹ ਐਕਸਪੈਕਟ ਵੀ ਨਹੀਂ ਕਰਨਾ ਚਾਹੀਦਾ ਕਿ ਦੂਸਰਾ ਮੈਨੂੰ ਪ੍ਰੇਮ ਕਰੇ ਜਾਂ ਨਾ ਕਰੇ। ਇਹ ਤੇ ਉਹਦੀ ਮਰਜ਼ੀ ਹੈ ਨਾ, ਮੇਰੇ ਹੱਥ ਹੈ, ਮੈਂ ਕਰ ਸਕਦਾ, ਪਰ ਇਹ ਮੇਰੇ ਹੱਥ ਨਹੀਂ ਕਿ ਦੂਸਰਾ ਮੈਨੂੰ ਪ੍ਰੇਮ ਕਰੇ। ਪਰ ਯਾਦ ਰੱਖਣਾ, ਗੁਰੂ ਐਸਾ ਹੈ, ਜਦੋਂ ਸਿੱਖ ਗੁਰੂ ਨਾਲ ਪ੍ਰੇਮ ਕਰੇਗਾ ਤੇ ਉਸ ਵਕਤ ਸਤਿਗੁਰੂ ਜੀ ਵੀ ਪ੍ਰੇਮ ਕਰਨਗੇ। ਤੇ ਉਸ ਤੋਂ ਬਾਅਦ ਗੁਰੂ ਗਰੀਬ ਨਵਾਜ ਪਾਤਸ਼ਾਹ ਦਾ ਬਚਨ ਹੈ, ਸੇਈ ਭਗਤ, ਉਹੀ ਭਗਤ ਹਨ। ਭਗਤੀ ਸੇ ਲਾਗੇ, ਜੋ ਭਗਤੀ ਦੇ ਵਿੱਚ ਲੱਗੇ ਨੇ, ਨਾਨਕ ਜੋ ਪ੍ਰਭ ਭਾਣੀ। ਔਰ ਜਿਹੜੇ ਉਸ ਗੁਰੂ ਨੂੰ ਭਾ ਗਏ, ਉਹਨਾਂ ਦੀ ਘਾਲ ਥਾਏ ਪੈ ਗਈ, ਉਹਨਾਂ 'ਤੇ ਬਖਸ਼ਿਸ਼ ਹੋਈ, ਕਿਰਪਾ ਹੋਈ। ਸਾਧ ਸੰਗਤ ਜੀ, ਆਪਾਂ ਸ਼ੁਰੂ ਕੀਤਾ ਸੀ, ਆਇਓ ਸੁਨਨ ਪੜ੍ਹਨ ਕੋ ਬਾਣੀ। ਫਸਟ ਸਟੈਪ ਵਾਸ, we have to read the ਗੁਰਬਾਣੀ, we have to listen the ਗੁਰਬਾਣੀ। ਸਾਨੂੰ ਉਹ ਗੁਰਬਾਣੀ ਪੜ੍ਹਨੀ ਪੈਣੀ ਹੈ, ਸੁਣਨੀ ਪੈਣੀ ਹੈ। ਉਸ ਤੋਂ ਬਾਅਦ ਸਾਨੂੰ ਪਤਾ ਲੱਗੇਗਾ ਕਿ ਅਸੀਂ ਇਸ ਦੁਨੀਆ 'ਤੇ ਕਿਉਂ ਆਏ ਹਾਂ, ਕਿਸ ਤਰੀਕੇ ਦੇ ਨਾਲ ਗਰੀਬ ਨਵਾਜ ਸਾਨੂੰ ਸਮਝਾ ਰਹੇ ਨੇ। ਉਸ ਚੀਜ਼ ਨੂੰ ਆਪ ਜੀ ਨੇ ਸ਼ਰਵਣ ਕੀਤਾ ਹੈ। ਆਓ ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਕਰੀਏ ਕਿ ਗਰੀਬ ਨਵਾਜ ਕਿਰਪਾ ਕਰੋ, ਆਪ ਜੀ ਦਾ ਉਪਦੇਸ਼ ਸਾਡੇ ਹਿਰਦਿਆਂ 'ਤੇ ਵਸੇ।
ਹੋਈਆਂ ਭੁੱਲਾਂ ਦੀ ਮਾਫੀ ਦੇਣਾ। ਸਾਰੇ ਸਤਿਗੁਰੂ ਜੀ ਨੂੰ ਯਾਦ ਕਰੋ, ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ। ਸਤਿ ਸ੍ਰੀ ਅਕਾਲ।